ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਰਿਲੇਸ਼ਨਸ ਨੂੰ ਡਿਸਕਸ ਕਰਾਂਗੇ। ਰਿਲੇਸ਼ਨਸ ਦੇ ਵਿੱਚ ਜੋ ਸਾਡਾ ਸਿਲੇਬਸ ਹੈ ਉਸ ਦੇ ਅਕੋਰਡਿੰਗਲੀ ਪਹਿਲਾਂ ਸਾਨੂੰ ਥੋੜਾ ਜਿਹਾ ਰਿਕਾਲ ਕਰ ਲੈਂਦੇ ਹਾਂ। ਅਸੀਂ +1 ਦੇ ਵਿੱਚ ਅਸੀਂ ਰਿਲੇਸ਼ਨ ਬਾਰੇ ਕੀ ਪੜ੍ਹਿਆ ਸੀ। ਬੇਸਿਕਲੀ ਅਸੀਂ ਕਾਰਟੀਸ਼ੀਅਨ ਪ੍ਰੋਡਕਟ ਵਗੈਰਾ ਪੜ੍ਹਿਆ ਸੀ। ਸਪੋਜ਼ ਕਰੋ ਵੀ ਤੁਹਾਡੇ ਕੋਲ ਇਹਦੀਆਂ ਡੈਫੀਨੇਸ਼ਨਸ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਨਾਲ ਤੁਹਾਨੂੰ ਦੱਸਣਾ ਚਾਹੂੰਗਾ। ਅਸੀਂ ਸਪੋਜ਼ ਕਰੋ ਇੱਕ ਸੈੱਟ ਲੈ ਲਿਆ, ਨੋਨ ਐਮਪਟੀ ਸੈੱਟ ਲੈ ਲੈਂਦੇ ਹਾਂ 1 2 3। ਇਸ ਸੈੱਟ ਦੇ ਵਿੱਚ 3 ਐਲੀਮੈਂਟ ਨੇ, 3 ਐਲੀਮੈਂਟਸ ਨੇ। ਇੱਕ ਹੋਰ ਸੈੱਟ ਲੈ ਲਿਆ B, ਉਹਦੇ ਵਿੱਚ 4 ਐਂਡ 5 2 ਐਲੀਮੈਂਟ ਨੇ। ਸੋ ਅਸੀਂ ਇਹਦੀ ਕਾਰਟੀਸ਼ੀਅਨ ਪ੍ਰੋਡਕਟ ਲੈਂਦੇ ਹਾਂ ਤਾਂ ਉਹ ਪ੍ਰੋਡਕਟ ਹੈ ਜਿਹੜੀ ਇਸ ਤਰ੍ਹਾਂ ਆਏਗੀ, ਤੁਹਾਡੀ ਸਕਰੀਨ 'ਤੇ ਹੈ 1 4 1 5 2 4 2 5 3 4 3 5। ਸੋ ਟੋਟਲ ਐਲੀਮੈਂਟ ਕਿੰਨੇ ਹੋ ਗਏ ਇਹਦੇ ਵਿੱਚ 6। ਸੋ ਅਸੀਂ ਉਸ ਤੋਂ ਬਾਅਦ ਅਗਰ ਅਸੀਂ B क्रॉस A ਲਈਏ, ਸੋ ਉਹ ਸਾਰੇ ਐਲੀਮੈਂਟਸ ਆਰਡਰ ਇਹਨਾਂ ਦਾ ਫਲਿਪ ਹੋ ਜਾਊਗਾ। ਹਾਂਜੀ, ਸੋ ਮੈਂ ਦੱਸਣਾ ਚਾਹੁੰਦਾ ਕਲੀਅਰਲੀ 1 4 ਅਤੇ 4 1 ਨੂੰ ਜਦੋਂ ਤੁਸੀਂ ਡਰਾਅ ਕਰਦੇ ਹੋ ਗ੍ਰਾਫ ਦੇ ਉੱਤੇ ਤਾਂ ਉਹਨਾਂ ਦੀ ਲੋਕੇਸ਼ਨ ਸੇਮ ਨਹੀਂ ਹੁੰਦੀ ਗੀ। ਇਸ ਕਰਕੇ A क्रॉस B ਐਂਡ B क्रॉस A ਕਦੇ ਵੀ ਇਕੁਅਲ ਨਹੀਂ ਹੁੰਦੇਗੇ। ਸੋ ਇੱਕ ਗੱਲ ਯਾਦ ਰੱਖਣੀ ਹੈ। ਬਟ ਆਫ ਕੋਰਸ ਦੋਨਾਂ ਦੇ ਵਿੱਚ ਹੀ 6 ਐਲੀਮੈਂਟਸ ਆ। ਸੋ ਨੰਬਰ ਆਫ ਐਲੀਮੈਂਟਸ ਇਨ A क्रॉस B ਮਸਟ ਬੀ ਇਕੁਅਲ ਟੂ ਨੰਬਰ ਆਫ ਐਲੀਮੈਂਟ B क्रॉस A। ਚਲੋ ਇਹ ਪੁਰਾਣੀ ਗੱਲ ਹੋ ਗਈ। ਹੁਣ ਸਾਡੇ ਕੋਲ A क्रॉस B ਹੈ, ਇੱਕ ਸੈੱਟ ਬਣ ਗਿਆ। ਸੋ ਨੈਚੁਰਲੀ ਹੈ ਜੇ ਅਗਰ ਸੈੱਟ ਆ ਦੇ ਸਬਸੈੱਟ ਵੀ ਹੋਣਗੇ ਤਾਂ ਸਾਡੀ ਰਿਲੇਸ਼ਨ ਦੀ ਜਿਹੜੀ ਪਹਿਲੀ ਡੈਫੀਨੇਸ਼ਨ ਹੈ, ਮਤਲਬ ਡੈਫੀਨੇਸ਼ਨ ਆ ਰਿਲੇਸ਼ਨ ਦੀ, ਉਹ ਇਹੀ ਹੈ ਵੀ ਅਗਰ ਸਾਡੇ ਕੋਲ 2 ਨੋਨ ਐਮਪਟੀ ਸੈਟਸ ਨੇ ਤਾਂ ਐਵਰੀ ਸਬਸੈਟ ਆਫ A क्रॉस B ਡਿਫਾਈਨਸ ਅ ਰਿਲੇਸ਼ਨ ਫਰੋਮ ਟੂ ਦਾ ਸੈਟ A ਟੂ ਦਾ ਸੈਟ B। ਸੋ R ਕੀ ਹੋ ਗਿਆ, R ਦੇ ਵਿੱਚ 2 ਟਪਲ ਦੇ ਐਲੀਮੈਂਟਸ ਨੇ। A ਬਿਲੋਂਗਸ ਟੂ ਫਸਟ ਐਲੀਮੈਂਟ ਫਸਟ, B ਬਿਲੋਂਗਸ ਟੂ B। ਉਸ ਤੋਂ ਬਾਅਦ ਜੇ ਤੁਸੀਂ ਹੋਰ ਇਹਨੂੰ ਥੋੜ੍ਹਾ ਜਿਹਾ ਦੇਖੋ, ਅਸੀਂ R ਸਪੋਜ਼ ਕਰੋ ਵੀ A B ਕੋਈ ਐਲੀਮੈਂਟ R ਰਿਲੇਸ਼ਨ ਨੂੰ ਬਿਲੋਂਗ ਕਰਦਾ। ਅਫਕੋਰਸ R ਇਜ਼ ਸਬਸੈਟ ਆਫ A क्रॉस B, ਤਾਂ ਦੈਨ ਵੀ ਰਾਈਟ A ਰਿਲੇਟਡ ਟੂ B, ਰੀਡ ਐਜ਼ A ਰਿਲੇਟਡ ਟੂ B। ਐਂਡ ਅਗਰ A B R ਦੇ ਵਿੱਚ ਨਹੀਂ ਹੈਗਾ ਤਾਂ ਅਸੀਂ ਉਹਨੂੰ ਕਹਿੰਦੇ ਹਾਂ A ਇਜ਼ ਨਾਟ ਰਿਲੇਟਡ ਟੂ B। ਸੋ ਹੁਣ ਸਾਡੀ ਉੱਪਰਲੀ ਐਗਜ਼ਾਮਪਲ ਦੇ ਵਿੱਚ ਅਸੀਂ ਕੋਈ R ਰਿਲੇਸ਼ਨ ਲੈ ਲੈਂਦੇ ਹਾਂ। ਸਪੋਜ਼ ਕਰੋ ਅਸੀਂ ਇਹਦੇ ਵਿੱਚੋਂ ਕੋਈ ਸਬਸੈਟ ਚੱਕ ਲਿਆ। ਸੋ 1 4 2 5 ਆਹ ਇੱਕ ਚੱਕ ਲਿਆ। ਸੋ ਇਹ ਵੀ ਇੱਕ ਰਿਲੇਸ਼ਨ ਹੈ। ਕਿੱਥੋਂ ਰਿਲੇਸ਼ਨ ਹੈ ਇਹ? ਫਰੋਮ A ਟੂ ਸੈਟ B। ਸੋ 1 4 1 ਇਜ਼ ਰਿਲੇਟਡ ਟੂ 4, 2 ਇਜ਼ ਰਿਲੇਟਡ ਟੂ 5। ਅਫਕੋਰਸ 1 3 ਇਹਦੇ 1 5 ਇਹਦੇ ਵਿੱਚ ਨਹੀਂ ਹੈਗਾ ਕਿਤੇ ਵੀ। ਸੋ ਨਹੀਂ ਹੈਗਾ ਤਾਂ ਅਸੀਂ ਲਿਖ ਦਾਂਗੇ ਵੀ 1 ਇਜ਼ ਨਾਟ ਰਿਲੇਟਡ ਟੂ 5। ਸੋ ਉਸ ਤੋਂ ਬਾਅਦ ਇਸ ਦਾ ਪਹਿਲਾ ਪੁਆਇੰਟ ਡਿਸਕਸ ਕਰ ਲਿਆ ਸੀਗਾ। ਉਸ ਤੋਂ ਬਾਅਦ ਰਿਲੇਸ਼ਨ ਜੋ ਮੈਂ ਦੱਸਤਾ ਤੁਹਾਨੂੰ ਰਿਲੇਟਡ ਵਾਲਾ। ਤੀਸਰਾ ਪੁਆਇੰਟ ਹੈ, ਅਗਰ ਐਗਜ਼ਾਮ 'ਚ ਪੁੱਛ ਲੈਂਦਾ ਵੀ ਕਿਸੇ ਰਿਲੇਸ਼ਨ ਦੀ ਡੋਮੇਨ ਕੀ ਹੁੰਦੀ ਹੈ, ਰੇਂਜ ਕੀ ਹੁੰਦੀ ਹੈ। ਸੋ ਡੈਫੀਨੇਸ਼ਨ ਦੇ ਅਕੋਰਡਿੰਗਲੀ ਕੀ ਹੈ, ਜਦੋਂ ਤੁਸੀਂ ਇੱਕ ਰਿਲੇਸ਼ਨ R ਲੈ ਲਿਆ ਤਾਂ ਡੋਮੇਨ ਉਹਦੀ ਹੈ ਜਿਹੜੇ ਫਸਟ ਕੰਪੋਨੈਂਟ ਅਤੇ ਫਸਟ ਪਲੇਸ 'ਤੇ ਐਲੀਮੈਂਟ ਪਏ ਆ ਉਹ ਸਾਰੇ ਡੋਮੇਨ ਦੇ ਆ, ਅਤੇ ਸੈਕਿੰਡ ਪਲੇਸ ਵਾਲੇ ਜਿਹੜੇ ਐਲੀਮੈਂਟ ਹੈਗੇ ਆ ਉਹ ਸਾਰੇ ਰੇਂਜ ਦੇ ਆ, ਹੈ ਨਾ। ਸੋ ਜਿਵੇਂ ਹੁਣ ਬੇਟਾ ਇਹਦੇ ਵਿੱਚ ਦੇਖੋ ਤੁਸੀਂ, ਆਹੀ ਇੱਕ ਰਿਲੇਸ਼ਨ ਹੁਣੇ ਆਪਾਂ ਡਿਸਕਸ ਕੀਤਾ ਸੀ ਆਹ ਵਾਲਾ। ਸੋ ਇਹਦੇ ਵਿੱਚ ਡੋਮੇਨ ਆਫ ਰਿਲੇਸ਼ਨ ਕੀ ਹੈ, ਜੋ ਪਹਿਲੇ ਚੱਕ ਲਓ this one 1 and 2 ਐਂਡ ਆਫ ਕੋਰਸ ਇਹ ਸਬਸੈਟ ਕਿਹਦਾ? A ਦਾ। ਇਹਦੇ ਵਿੱਚ ਕਿੰਨੇ ਐਲੀਮੈਂਟ ਸੀ? 1 2 3। ਸੋ ਵਟ ਅਬਾਊਟ ਦਾ ਰੇਂਜ ਆਫ ਦਾ ਸੈਟ?
रेंज ऑफ रिलेशन इज़ ਜਿਹੜੇ ਸੈਕੰਡ पोजीशन ਤੇ ਪਏ दिस वन 4 and 5। तो ਇਹ ਕੁਦਰਤੀ B ਦੇ ਇਕੁਅਲ ਹੀ ਆ ਗਈ। ਸੋ ਜਿਹੜਾ ਐਕਚੁਅਲ ਡੈਫੀਨੇਸ਼ਨ ਆ ਡੋਮੇਨ ਆ ਜਿਹੜੀ ਕਿਸੇ ਰਿਲੇਸ਼ਨ ਦੀ ਉਹ A ਦਾ ਸਬਸੈਟ ਹੁੰਦੀ ਹੈ। ਕਈ ਵਾਰ ਇਕੁਅਲ ਹੋ ਵੀ ਸਕਦੀ ਹੈ, ਨਹੀਂ ਵੀ ਇਕੁਅਲ ਹੋ ਸਕਦੀ, ਇਹਦੇ 'ਚ ਕੋਈ ਬੰਦਿਸ਼ ਨਹੀਂ ਹੈਗੀ ਗੀ। ਸੇਮ ਜਿਹੜੀ ਰੇਂਜ ਹੈ ਕਿਸੇ ਰਿਲੇਸ਼ਨ ਦੀ ਉਹ B ਦਾ ਸਬਸੈਟ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ, ਹੈ ਨਾ। B ਨੂੰ ਕੋਡਮੈਨ ਸੈੱਟ ਵੀ ਅਸੀਂ ਕਹਿ ਦਿੰਦੇ ਹਾਂ। ਸੋ ਸਾਡਾ ਇਹ ਅਸੀਂ ਥਰਡ ਪੁਆਇੰਟ ਵੀ ਡਿਸਕਸ ਕਰ ਲਿਆ। ਤਾਂ ਨੋਟ ਉੱਥੇ ਛੱਡਿਆ ਹੋਇਆ ਡੋਮੇਨ ਆਫ ਅ ਰਿਲੇਸ਼ਨ from A to B subset of A and its range is subset of B। ਉਸ ਤੋਂ ਬਾਅਦ ਇੰਪੋਰਟੈਂਟ ਗੱਲ ਹੈ ਇੱਕ ਆਪਾਂ +1 ਦੇ ਵਿੱਚ ਵੀ ਕੀਤਾ ਸੀ ਵੀ ਅਗਰ ਤੁਹਾਡੇ ਕੋਲ ਕਿਸੇ ਸੈੱਟ ਦੇ ਵਿੱਚ ਸਪੋਜ਼ ਕਰੋ ਨੰਬਰ ਆਫ ਐਲੀਮੈਂਟਸ K ਹੈ ਤਾਂ ਦੈਨ ਟੋਟਲ ਨੰਬਰ ਆਫ ਸਬਸੈਟਸ ਕਿੰਨੇ ਹੋਣਗੇ? ਟੋਟਲ ਨੰਬਰ ਆਫ ਸਬਸੈਟਸ of A। ਸੋ ਬੇਟਾ ਉਹ ਹੋਣੇ ਸੀ 2⁻K। ਸੋ ਹੁਣ ਤੁਸੀਂ ਨੋਟ ਕੀਤਾ ਵੀ ਰਿਲੇਸ਼ਨ ਕੀ ਹੈ? ਰਿਲੇਸ਼ਨ ਇਜ਼ ਸਬਸੈਟ ਆਫ A क्रॉस B। ਸੋ ਟੋਟਲ ਨੰਬਰ ਆਫ ਰਿਲੇਸ਼ਨਸ ਕਿੰਨੇ ਹੋਣਗੇ? ਟੋਟਲ ਨੰਬਰ ਆਫ ਰਿਲੇਸ਼ਨਸ ਫਰੋਮ ਸੈਟ A ਟੂ ਸੈਟ B ਬੇਟਾ ਇਹ ਹੋਣਗੇ 2⁻ ਨੰਬਰ ਆਫ ਐਲੀਮੈਂਟਸ ਇਨ A ਇੰਟੂ ਨੰਬਰ ਆਫ ਐਲੀਮੈਂਟਸ ਇਨ B। ਇਹ ਯਾਦ ਰੱਖਿਓ ਬੇਟਾ, ਕਈ ਵਾਰ ਪੇਪਰ 'ਚ ਪੁੱਛ ਲੈਂਦਾ ਮਤਲਬ ਕਿੱਦਾਂ ਦਾ ਕੁਐਸਚਨ ਬਣਾ ਸਕਦਾ ਉਹ ਜੇ ਥੋੜ੍ਹਾ ਜਿਹਾ ਤੇ ਦੇਖਦੇ ਇੱਥੇ ਬਣਾ ਲੈਂਦੇ ਆਪਾਂ। ਫਾਰ ਐਗਜ਼ਾਮਪਲ ਉਹ ਅਗਰ ਉਹ ਕਹਿੰਦਾ ਵੀ ਸਪੋਜ਼ ਕਰੋ ਇਫ A ਦੇ ਵਿੱਚ ਤੁਸੀਂ ਐਲੀਮੈਂਟ ਲੈ ਲਓ 3 ਲੈ ਲਓ 1 2 3, B ਇੱਕ ਹੋਰ ਐਲੀਮੈਂਟ ਲੈ ਲਓ ਉਹਦੇ ਵਿੱਚ ਲੈ ਲਓ 4 5 6, ਦੈਨ how many relations will be there from set A to set B? So beta ਹੁਣੇ ਦੱਸਿਆ ਸੀ 2 number of elements in A into number of elements in B, so 2⁻3 into 3 2⁻9। ਸੋ ਉਸ ਤੋਂ ਬਾਅਦ ਅਸੀਂ ਇਹਦੀਆਂ ਟਾਈਪਸ 'ਚ ਐਂਟਰ ਕਰਦੇ ਹਾਂ। ਐਕਚੁਅਲ 'ਚ ਕੀ ਹੈ ਵੀ ਜਦੋਂ ਤੁਸੀਂ ਰਿਲੇਸ਼ਨ ਲੈ ਰਹੇ ਹੋ ਇਹ ਤੁਸੀਂ ਹੁਣ B ਦੀ ਜਗ੍ਹਾ 'ਤੇ A ਸੈੱਟ ਵੀ ਲੈ ਰਹੇ ਹੋ। ਜਸਟ ਮੋਮੈਂਟ, ਅਗਰ ਸਾਡਾ ਰਿਲੇਸ਼ਨ ਸਬਸੈਟ ਆਫ A क्रॉस A ਹੈ ਮਤਲਬ B ਦੀ ਜਗ੍ਹਾ 'ਤੇ ਅਸੀਂ A ਹੀ ਲੈ ਲਿਆ। ਸੋ ਅਸੀਂ ਕੀ ਬੋਲਦੇ ਹਾਂ R ਇਜ਼ ਰਿਲੇਸ਼ਨ ਔਨ A। ਕਈ ਵਾਰੀ ਇੱਦਾਂ ਵੀ ਲਿਖ ਦਿੰਦੇ ਆ ਇਨ A, ਇੱਕੋ ਹੀ ਗੱਲ ਹੈ। ਸੋ ਆਰ ਆ ਹੁਣ ਜਿਹੜਾ ਸਬਸੈਟ ਆ A क्रॉस A ਦੇ ਤਾਂ ਕਿੰਨੀ ਸਬਸੈਟ ਹੋ ਸਕਦੇ ਆ? ਜਿਹੜਾ ਐਮਪਟੀ ਸੈਟ ਇਜ਼ ਸਬਸੈਟ ਆਫ ਐਵਰੀ ਸੈਟ, ਦੈਨ ਇਹ ਯੂਨੀਵਰਸਲ ਸੈਟ ਵੀ ਹੋ ਜਾਂਦਾ ਅਤੇ ਇੱਕ ਸਾਡੇ ਕੋਲ ਆਇਡੈਂਟੀਟੀ ਸੈਟ ਹੁੰਦਾ। ਆਇਡੈਂਟੀਟੀ ਰਿਲੇਸ਼ਨ 'ਚ ਕੀ ਹੁੰਦਾ? ਇੱਥੇ ਗਲਤ ਲਿਖਿਆ ਗਿਆ, ਆ ਡਿਲੀਟ ਕਰ ਦਿਓ। ਇੱਥੇ B ਵੀ A ਨੂੰ ਹੀ ਬਿਲੋਂਗ ਕਰਦਾ। ਆਇਡੈਂਟੀਟੀ ਰਿਲੇਸ਼ਨ 'ਚ ਬੇਟਾ ਕੀ ਹੈ? ਇੱਕ ਐਗਜ਼ਾਮਪਲ ਲੈਂਦੇ ਹਾਂ ਆਪਾਂ। ਸਪੋਜ਼ ਕਰੋ ਸਾਡੇ ਕੋਲ ਇੱਕ A ਸੈੱਟ ਆ 1 2 3, ਉਹਦੇ ਵਿੱਚ 3 ਐਲੀਮੈਂਟ ਹੈ ਤਾਂ 1 ਨੂੰ 1 ਨਾਲ ਅਟੈਚ ਕਰਾਂਗੇ। A क्रॉस A ਦੇ ਵਿੱਚ 9 ਐਲੀਮੈਂਟਸ ਹੋਣਗੇ। ਕਿਹੜੇ ਕਿਹੜੇ ਹੋਣਗੇ? 1 1 1 2 1 3 2 1 2 2 2 3 3 1 3 2 3 3 ਨਾ ਇਸ ਸਮਥਿੰਗ ਲਾਈਕ ਸਕੇਅਰ ਮੈਟ੍ਰਿਕਸ। ਤਾਂ ਅਸੀਂ ਕੀ ਕੀਤਾ ਵੀ 3 ਐਲੀਮੈਂਟ ਸੀ 1 2 3, 1 ਨੂੰ 1 ਨਾਲ ਅਟੈਚ ਕਰਤਾ, 2 ਨੂੰ 2 ਨਾਲ ਕਰਤਾ, 3 ਨੂੰ 3। ਆਹ ਸਾਡੇ ਕੋਲ 3 ਪੇਅਰ ਬਣ ਗਏ ਸਪੋਜ਼ ਕਰੋ ਇਹਦੇ ਕੰਟੈਕਸਟ ਦੇ ਵਿੱਚ। ਸੋ ਅਗਰ ਹਰੇਕ ਐਲੀਮੈਂਟ ਆਪਣੇ ਆਪ ਨਾਲ ਹੀ ਅਟੈਚ ਆ ਤਾਂ ਸਿਰਫ ਉਹੀ ਉਹਦੇ ਵਿੱਚ, ਤਾਂ ਦੈਨ ਉਸ ਰਿਲੇਸ਼ਨ ਨੂੰ ਆਇਡੈਂਟੀਟੀ ਰਿਲੇਸ਼ਨ ਬੋਲਦੇ ਆ। ਇਸ ਕੇਸ ਦੇ ਵਿੱਚ ਆਇਡੈਂਟੀਟੀ ਰਿਲੇਸ਼ਨ ਕੀ ਹੋਇਆ ਸੀ ਸਾਡਾ? 1 1 2 2 ਐਂਡ ਆਫ ਕੋਰਸ 3 3। ਇਹ ਸਾਡਾ ਆਇਡੈਂਟੀਟੀ ਰਿਲੇਸ਼ਨ ਹੈ। ਵਾਇਡ ਰਿਲੇਸ਼ਨ ਕੋਈ ਐਲੀਮੈਂਟ ਕਿਸੇ ਨਾਲ ਨਹੀਂ ਹੋ ਰਿਹਾ ਹੈਗਾ। ਐਮਪਟੀ ਰਿਲੇਸ਼ਨ ਜਾਂ ਵਾਇਡ ਰਿਲੇਸ਼ਨ ਯੂਨੀਵਰਸਲ ਹੈ ਜਿਹਦੇ ਵਿੱਚ ਅਸੀਂ A क्रॉस A ਨੂੰ ਫੁੱਲੀ ਲੈ ਲਿਆ। ਤਾਂ ਇੱਥੇ ਇੱਕ ਨੋਟ ਲਿਖਿਆ ਹੈ ਦ ਵਾਇਡ ਐਂਡ ਯੂਨੀਵਰਸਲ ਰਿਲੇਸ਼ਨ ਆਰ ਰਿਸਪੈਕਟਿਵਲੀ ਦ ਸਮੈਲੈਸਟ ਐਂਡ ਦ ਲਾਰਜੈਸਟ ਰਿਲੇਸ਼ਨਸ ਔਨ A। ਆਫ ਕੋਰਸ ਜਿਹੜਾ ਐਮਪਟੀ ਸੈੱਟ ਹੁੰਦਾ ਉਹ ਐਮਪਟੀ ਰਿਲੇਸ਼ਨ ਹੁੰਦਾ ਉਹ ਸਭ ਤੋਂ ਛੋਟਾ ਹੁੰਦਾ ਅਤੇ ਜਿਹੜਾ ਯੂਨੀਵਰਸਲ A क्रॉस A ਹੀ ਲੈ ਲਿਆ ਉਹ ਸਭ ਤੋਂ ਵੱਡਾ ਹੁੰਦਾ।
ਸੋ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਫਿਰ ਗੱਲ ਕਰਦੇ ਹਾਂ। ਸਪੋਜ਼ ਕਰੋ ਵੀ ਸਾਡੇ ਕੋਲ ਇਹ A ਸੈੱਟ ਸੀਗਾ 1 2 3 ਐਂਡ B 4 5। ਸੋ ਆਰ ਕੋਈ ਰਿਲੇਸ਼ਨ ਲੈਂਦੇ ਅਸੀਂ, ਸਬਸੈਟ ਲੈਂਦੇ A क्रॉस B ਦਾ, ਤਾਂ ਉਹਦੇ ਵਿੱਚ ਐਲੀਮੈਂਟ ਉਹੀ ਪਹਿਲਾਂ ਵਾਂਗ 1 4 1 5 2 4 2 5 3 4 3 5। ਤਾਂ ਬੇਟਾ ਸਪੋਜ਼ ਕਰੋ ਅਸੀਂ ਆਹ ਦੋ ਹੀ ਲੈ ਲਏ, ਉਹਦੇ ਵਿੱਚ ਇੱਕ 1 4 ਲੈ ਲਿਆ ਅਤੇ ਇੱਕ ਸਪੋਜ਼ ਕਰੋ ਵੀ 3 4 ਲੈ ਲਿਆ। ਸਪੋਜ਼ ਜਸਟ ਹੁਣ ਅਗਰ ਅਸੀਂ ਇਹਨਾਂ ਨੂੰ ਫਲਿੱਪ ਕਰ ਦਈਏ ਤਾਂ ਇਹਨੂੰ ਇਨਵਰਸ ਰਿਲੇਸ਼ਨ ਬੋਲਾਂਗੇ। 4 1 4 4 3 ਹੋ ਜਾਊਗਾ। ਇਹ ਆਰਡੀਨੇਟ ਅਬਸੀਸਾ ਬਣ ਗਿਆ, ਅਬਸੀਸਾ ਆਰਡੀਨੇਟ ਬਣ ਗਿਆ। ਸੋ ਇੱਥੇ ਨੋਟ ਕਰਨ ਵਾਲੀ ਗੱਲ ਹੈ ਵੀ ਅਗਰ ਸਾਡੇ ਕੋਲ ਆਰ ਰਿਲੇਸ਼ਨ ਫਰੋਮ A क्रॉस B ਹੈ ਤਾਂ ਦੈਨ ਉਹਦਾ ਇਨਵਰਸ ਰਿਲੇਸ਼ਨ ਉਹ B क्रॉस A ਤੋਂ ਹੋਵੇਗਾ। ਤਾਂ ਜਸਟ ਅਗਰ A ਵੀ ਆਰ ਨੂੰ ਬਿਲੋਂਗ ਕਰਦਾ ਤਾਂ ਆਰ ਇਨਵਰਸ 'ਚ ਕੀ ਹੋਣਗੇ, ਉਹਦੇ ਉਲਟ ਹੋਣਗੇ। ਸੋ ਕੁਦਰਤੀ ਗੱਲ ਹੈ, ਅਗਰ ਤੁਹਾਡਾ ਆਰ ਜਿਹੜਾ ਆਰ ਰਿਲੇਸ਼ਨ ਹੈ ਆਰ ਸਬਸੈਟ ਆਫ A क्रॉस B ਹੈ ਤਾਂ ਆਰ ਇਨਵਰਸ ਹੈ ਜਿਹੜਾ ਉਹ ਸਬਸੈਟ ਕਿਹਦਾ ਹੋ ਗਿਆ, B क्रॉस A ਦਾ। ਤਾਂ ਇਹਨਾਂ ਦੀ ਡੋਮੇਨ ਅਤੇ ਰੇਂਜ ਇੱਦਾਂ ਹੋ ਜਾਣੀ ਹੈ ਨਾ, ਜਿਹੜੀ ਆਰ ਇਨਵਰਸ ਦੀ ਜਿਹੜੀ ਰੇਂਜ ਹੈ ਉਹ ਡੋਮੇਨ ਆਫ ਆਰ ਦੇ ਇਕੁਅਲ ਹੋ ਜਾਊਗੀ ਅਤੇ ਡੋਮੇਨ ਆਰ ਇਨਵਰਸ ਦੀ ਡੋਮੇਨ ਆ ਉਹ ਰੇਂਜ ਆਫ ਆਰ ਦੀ ਇਕੁਅਲ ਹੋ ਜਾਊਗੀ। ਅਗਰ ਤੁਸੀਂ ਦੋ ਵਾਰੀ ਕਰ ਦੋਗੇ ਤਾਂ ਉਹੀ ਰਿਲੇਸ਼ਨ ਬਣ ਜਾਣਾ। ਸਿੰਪਲ ਜਿਹਾ ਹੀ ਹੈ। ਆਪ ਸਪੋਜ਼ ਕਰੋ ਵੀ 1 2 ਕਿਸੇ ਨੂੰ ਆਰ ਨੂੰ ਬਿਲੋਂਗ ਕਰਦਾ ਸੀ, 2 1 ਫਿਰ ਕਿਹਨੂੰ ਬਿਲੋਂਗ ਕਰੇਗਾ, ਆਰ ਇਨਵਰਸ ਨੂੰ ਕਰੇਗਾ। ਅਤੇ ਜੇ ਫਿਰ ਇਹਨੂੰ ਫਲਿਪ ਕਰਤਾ ਤਾਂ ਇਹ ਆਰ ਇਨਵਰਸ ਹੋ ਜਾਊਗਾ ਵਿਚ ਇਜ਼ ਇਕੁਅਲ ਟੂ ਆਰ। ਸੋ ਇੱਥੇ ਹੁਣ ਸਭ ਤੋਂ ਮੋਸਟ ਇੰਪੋਰਟੈਂਟ ਟੋਪਿਕ ਆ ਗਿਆ। ਅਸਲ ਇਹਦਾ ਇੰਤਜ਼ਾਰ ਸੀ। ਜਿਹੜੇ ਸੈਂਪਲ ਪੇਪਰ ਦੇ ਵਿੱਚ ਸਾਡੇ ਕੋਲ 3 ਤਰ੍ਹਾਂ ਨਾਲ ਰਿਫਲੈਕਸੀਵਿਟੀ, ਸਿਮਿਟਰੀ ਅਤੇ ਟ੍ਰਾਂਸਟੀਵਿਟੀ। ਤਾਂ ਜਿਹੜੀ ਰਿਫਲੈਕਸੀਵਿਟੀ ਹੁੰਦੀ ਆ, ਰਿਫਲੈਕਸਿਵ, ਇਹਦੇ ਇੱਕ ਇਰਰਿਫਲੈਕਸਿਵ ਰਿਲੇਸ਼ਨ ਵੀ ਹੁੰਦਾ, ਉਹ ਤੁਹਾਡੀ ਡਿਸਕਸ਼ਨ ਨਹੀਂ ਕਰਨਾ ਗਾ। ਸਿਮਿਟਰੀ ਜਿਹੜੀ ਹੁੰਦੀ ਆ ਉਹ 3 ਤਰ੍ਹਾਂ ਨਾਲ ਡਿਸਕਸ ਕਰਦੇ ਆ। 1 ਇਜ਼ ਸਿਮਿਟਰਿਕ, ਐਂਟੀ ਸਿਮਿਟਰਿਕ, ਆਸਿਮਿਟਰਿਕ, ਅਤੇ ਉਸ ਤੋਂ ਬਾਅਦ ਟ੍ਰਾਂਜ਼ਿਟਿਵ। ਸੋ ਡੈਫੀਨੇਸ਼ਨਸ ਤੁਸੀਂ ਮੈਂ ਨਾ ਇੱਕ ਇਹਨੂੰ ਐਗਜ਼ਾਮਪਲ ਨਾਲ ਕਰਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ। ਸਪੋਜ਼ ਕਰੋ ਵੀ ਤੁਹਾਡੇ ਕੋਲ ਇੱਕ ਰਿਲੇਸ਼ਨ ਆ ਸੈੱਟ ਆ 1 2 3। ਤੁਸੀਂ A क्रॉस ਲਿਆ, ਅਫਕੋਰਸ ਉਹਦੇ ਵਿੱਚ 9 ਐਲੀਮੈਂਟ ਹੋਣਗੇ, 9 ਐਲੀਮੈਂਟਸ ਹੋਣਗੇ। 1 1 1 2 1 3 2 1 2 2 2 3 3 1 3 2 3 3। ਹੋਰ ਬੈਟਰ ਅੰਡਰਸਟੈਂਡਿੰਗ ਲਈ ਨਾ ਬੇਟਾ ਆਪਾਂ ਇੱਦਾਂ ਕਰਦੇ ਹਾਂ, ਇਹਦੀ ਇੱਕ 3/3 ਦੀ ਸਿਮੈਟ੍ਰਿਕ ਮੈਟ੍ਰਿਕਸ ਬਣ ਗਈ। ਜੇ ਤੁਸੀਂ ਧਿਆਨ ਦਿਓ ਇੱਥੇ ਮੈਂ ਲਿਖ ਦਿੰਦਾ 1 2 3 1 2 3। ਸੋ ਇੱਥੇ ਸਾਡਾ ਹੋ ਗਿਆ ਐਲੀਮੈਂਟ 1 1 1 2 1 3 2 1 2 2 2 3 3 1 3 2 3 3। ਹੁਣ ਬੇਟਾ ਤੁਸੀਂ ਨਾ ਆ ਪ੍ਰਿੰਸੀਪਲ ਡਾਇਗਨਲ 'ਤੇ ਨਿਗਾਹ ਮਾਰਨੀ ਹੈ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਡਿਸਕਸ ਰਿਫਲੈਕਸਿਵ। ਰਿਫਲੈਕਸਿਵ ਕੀ ਹੁੰਦਾ? ਰਿਫਲੈਕਸਿਵ ਇਹ ਹੁੰਦਾ ਵੀ ਸਪੋਜ਼ ਕਰੋ ਵੀ ਤੁਹਾਡੇ ਕੋਲ ਰਿਲੇਸ਼ਨ A क्रॉस ਸਬਸੈਟ A ਹੈਗਾ, ਦੈਨ R ਇਜ਼ ਕਾਲਡ ਅ ਰਿਫਲੈਕਸਿਵ ਰਿਲੇਸ਼ਨ। ਆਫ ਕੋਰਸ ਰਿਲੇਸ਼ਨ R ਇਜ਼ ਕਾਲਡ ਰਿਫਲੈਕਸਿਵ if x related to x, that is x belongs to R for every x belongs to the set. So what I mean, ਤੁਸੀਂ ਕੀ ਕਰਨਾ ਹੈ ਬੇਟਾ, ਜਦੋਂ ਕੋਈ ਵੀ ਤੁਹਾਡੇ ਕੋਲ A ਆ ਉਹਦੇ 'ਚ 2 ਐਲੀਮੈਂਟ 3 ਐਲੀਮੈਂਟ 4 ਜਿੰਨੇ ਵੀ ਐਲੀਮੈਂਟ ਆ ਉਹਦੀ ਇੱਕ ਸਕੇਅਰ ਮੈਟ੍ਰਿਕਸ ਬਣੂਗੀ, ਜਿਵੇਂ ਮੈਂ ਇੱਥੇ ਬਣਾਤੀ ਹੈ। ਅਗਰ ਕੋਈ ਰਿਲੇਸ਼ਨ ਰਿਫਲੈਕਸਿਵ ਹੈ ਤਾਂ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਉਹਦੀ ਪੂਰਾ ਡਾਇਗਨਲ ਆਉਣਾ ਚਾਹੀਦਾ, ਘੱਟੋ ਘੱਟ ਡਾਇਗਨਲ ਆਉਣਾ ਚਾਹੀਦਾ। ਅਗਰ ਇਹ ਹੈਗਾ ਇਸ ਤੋਂ ਰਿਲੇਸ਼ਨ ਦੇ ਵਿੱਚ ਇਸ ਤੋਂ ਅਗਰ ਜ਼ਿਆਦਾ ਐਲੀਮੈਂਟ ਆ ਤਾਂ ਕੋਈ ਮੈਟਰ ਨਹੀਂ ਕਰਦਾ। ਅਸੀਂ ਚੱਲ ਡਾਇਗਨਲ ਦੇਖਣਾ। ਹੁਣ ਮੈਂ ਕੁਝ ਰਿਲੇਸ਼ਨ ਡਿਸਕਸ ਕਰਦੇ ਹਾਂ। ਸੋ ਇੱਕ ਰਿਲੇਸ਼ਨ ਸੀ ਸਾਡੇ ਕੋਲ ਫਾਈ, ਕੀ ਇਹ ਰਿਫਲੈਕਸਿਵ ਹੈ? ਨਹੀਂ, ਬਿਲਕੁਲ ਇਹ ਰਿਫਲੈਕਸਿਵ ਨਹੀਂ ਹੈਗਾ ਗਾ, ਕਿਉਂਕਿ ਮੇਰੀ ਰਿਕੁਆਇਰਮੈਂਟ ਸੀ ਇਹ ਤਿੰਨੇ ਹੋਣੇ ਚਾਹੀਦੇ ਸੀ। ਉਸ ਤੋਂ ਬਾਅਦ ਮੇਰਾ ਨੈਕਸਟ ਰਿਲੇਸ਼ਨ ਸੀ ਆਇਡੈਂਟੀਟੀ। ਆਇਡੈਂਟੀਟੀ ਰਿਲੇਸ਼ਨ ਕਿਹੜਾ ਬਣਨਾ ਇਹਦੇ ਵਿੱਚ? 1 1 2 2
3 ਕੀ ਇਹ ਰਿਲੇਸ਼ਨ ਰਿਫਲੈਕਸਿਵ ਹੈਗਾ? ਅਫਕੋਰਸ ਹੈਗਾ, ਕਿਉਂਕਿ ਮੈਨੂੰ ਤਿੰਨੇ ਚਾਹੀਦੇ ਸੀ, ਤਿੰਨੇ ਹੈਗੇ ਆ। ਉਸ ਤੋਂ ਬਾਅਦ ਮੇਰਾ ਅਗਲਾ ਰਿਲੇਸ਼ਨ ਸੀਗਾ ਯੂਨੀਵਰਸਲ ਰਿਲੇਸ਼ਨ। ਯੂਨੀਵਰਸਲ ਰਿਲੇਸ਼ਨ ਦੈਟ ਇਜ਼ A क्रॉस A। A क्रॉस A ਦੇ ਵਿੱਚ ਤਾਂ ਬੇਟਾ 9 ਦੇ 9 ਐਲੀਮੈਂਟ ਹੀ ਆ ਗਏ। ਜਦੋਂ 9 ਦੇ 9 ਆ ਗਏ ਤਾਂ ਡਾਇਗਨਲ ਵੀ ਆ ਗਿਆ, ਸੋ ਇਹ ਵੀ ਰਿਫਲੈਕਸਿਵ ਹੈਗਾ। ਉਸ ਤੋਂ ਬਾਅਦ ਮੈਂ ਇੱਕ ਹੋਰ ਰਿਲੇਸ਼ਨ ਆਪਦੇ ਕੋਲੋਂ ਹੀ ਲੈ ਲੈਣਾ, R1 ਸਪੋਜ਼ ਕਰੋ ਮੈਂ ਇੱਦਾਂ ਲੈ ਲਿਆ 1 1 2 2। ਬਸ ਕੀ ਇਹ ਰਿਫਲੈਕਸਿਵ ਹੈਗਾ? ਨੋ, ਇਹ ਰਿਫਲੈਕਸਿਵ ਨਹੀਂ ਹੈਗਾ। ਕਿਉਂ ਨਹੀਂ ਹੈਗਾ ਗਾ? ਬਿਕਾਜ਼ 3 3 ਇਜ਼ ਮਿਸਿੰਗ। ਓਕੇ, ਇੱਕ ਹੋਰ ਐਗਜ਼ਾਮਪਲ ਲੈ ਲਓ, R2 ਲੈ ਲਓ। ਇਹਦੇ ਵਿੱਚ ਬੇਟਾ ਮੈਂ ਇੱਦਾਂ ਲੈ ਲਿਆ 2 2 3 3 1 3। ਕੀ ਇਹ ਰਿਫਲੈਕਸਿਵ ਹੈਗਾ? ਅਫਕੋਰਸ ਹੈਗਾ। ਮੈਨੂੰ ਸਿਰਫ ਤਿੰਨਾਂ ਨਾਲ ਯਾਨੀ ਕਿ ਪ੍ਰਿੰਸੀਪਲ ਡਾਇਗਨਲ ਮਤਲਬ ਆ, ਹੋਰ ਉਹਦੇ ਵਿੱਚ ਕੋਈ ਐਲੀਮੈਂਟ ਹੈਗਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਇਸ ਕਰਕੇ ਰਿਫਲੈਕਸਿਵ ਹੈਗਾ। ਹੋਪਫੁਲੀ ਤੁਹਾਨੂੰ ਇਹ ਰਿਫਲੈਕਸਿਵ ਦਾ ਪਤਾ ਲੱਗ ਗਿਆ ਹੋਊਗਾ। ਹੁਣ ਉਸ ਤੋਂ ਬਾਅਦ ਆਪਾਂ ਸਿਮੈਟਰੀ, ਇੱਕ ਰਿਫਲੈਕਸਿਵ ਵੀ ਹੁੰਦਾ। ਇਰਰਿਫਲੈਕਸਿਵ ਜੇ ਕਦੇ ਪੁੱਛ ਲਏ ਐਗਜ਼ਾਮ ਦੇ ਵਿੱਚ ਤਾਂ ਤੁਹਾਡੇ ਸਿਲੇਬਸ 'ਚ ਨਹੀਂ ਲਿਖਿਆ ਹੋਇਆ ਡਾਇਰੈਕਟਰੀ। ਜੇ ਇਰਰਿਫਲੈਕਸਿਵ ਹੋਵੇ ਤਾਂ ਉਹਦੇ ਵਿੱਚ ਪ੍ਰਿੰਸੀਪਲ ਡਾਇਗਨਲ ਮਿਸ ਹੋਣਾ ਚਾਹੀਦਾ, ਆ ਨਹੀਂ ਹੋਣਾ ਚਾਹੀਦਾ। ਸੋ ਇਰਰਿਫਲੈਕਸਿਵ ਦੀ ਗੱਲ ਕਰੀਏ ਤਾਂ ਤੁਹਾਨੂੰ 5 ਇਜ਼ ਇਰਰਿਫਲੈਕਸਿਵ ਰਿਲੇਸ਼ਨ। ਕਿਉਂ? ਉਹਦੇ ਵਿੱਚ ਪੂਰਾ ਡਾਇਗਨਲ ਨਹੀਂ ਹੈਗਾ ਗਾ, ਸੋ ਅਸੀਂ ਇਹਨੂੰ ਇਰਰਿਫਲੈਕਸਿਵ ਹੀ ਮੰਨਦੇ ਹਾਂ। ਸੋ ਨੈਕਸਟ ਜਿਹੜੀ ਟਾਈਪ ਹੈਗੀ ਆ, ਜਸਟ ਮੂਮੈਂਟ ਮੈਨੂੰ ਡਿਲੀਟ ਕਰ ਲੈਣ ਦਿਓ। ਹਾਂਜੀ, ਹੁਣ ਸਿਮੈਟਰੀ ਦੇ ਵਿੱਚ ਅਸੀਂ ਸਿਮੈਟ੍ਰਿਕ ਉਹਨੂੰ ਡਿਸਕਸ ਕਰਾਂਗੇ, ਸਿਮੈਟਰੀ ਨੂੰ। ਸੋ ਸਿਮੈਟ੍ਰਿਕ ਰਿਲੇਸ਼ਨ ਬਹੁਤ ਇੰਟਰਸਟਿੰਗ ਟੌਪਿਕ ਹੈ। ਸਿਮੈਟ੍ਰਿਕ, ਸਿਮੈਟਰੀ 'ਚ ਕੀ ਹੁੰਦਾ? ਵੈਨਐਵਰ R is subset of A cross A, R is symmetric if whenever AB belongs to R implies BA belongs to R। जब भी A B R ਦੇ ਵਿੱਚ ਹੋਵੇ ਤਾਂ ਉਹਨੂੰ ਜਦੋਂ ਤੁਸੀਂ ਫਲਿੱਪ ਕਰਕੇ ਦੇਖੋ ਉਹ ਵੀ R ਦੇ ਵਿੱਚ ਹੋਣਾ ਚਾਹੀਦਾ। ਸੋ ਬੜੇ ਇੰਟਰਸਟਿੰਗ ਗੱਲਾਂ ਕਰਾਂਗੇ। ਸੋ ਵਟ ਅਬਾਊਟ ਐਮਪਟੀ ਸੈਟ, ਵੈਦਰ ਐਮਪਟੀ ਸੈਟ ਇਜ਼ ਸਿਮੈਟ੍ਰਿਕ ਔਰ ਨਾਟ। ਸੋ ਤੁਸੀਂ ਕਹੋਗੇ ਸਰ ਵੀ ਇਹ 'ਚ ਕੀ ਦੇਖਾਂਗੇ? ਦੇਖੋ ਲੌਜਿਕ ਦੀ ਗੱਲ ਹੈ, ਅਗਰ ਤੁਸੀਂ ਦੋ ਗੱਲਾਂ ਜਾਂ ਤਾਂ ਸਿਮੈਟ੍ਰਿਕ ਹੈਗਾ ਜਾਂ ਨਹੀਂ ਸਿਮੈਟ੍ਰਿਕ। ਜੇ ਅਗਰ ਨਹੀਂ ਸਿਮੈਟ੍ਰਿਕ ਹੈਗਾ ਤਾਂ ਤੁਹਾਨੂੰ ਇਹ ਪ੍ਰੋਪਰਟੀ ਵਾਇਲੇਟ ਕਰਨੀ ਪਊਗੀ। ਉਹਦੇ ਵਿੱਚ ਤੁਹਾਨੂੰ ਇੱਕ ਐਲੀਮੈਂਟ ਲੱਭਣਾ ਪਊਗਾ ਕੋਈ ਵੀ A B ਜਿਹਦਾ ਉਲਟ B A ਉਹਦੇ ਵਿੱਚ ਨਾ ਹੋਵੇ। ਬਟ ਅਨਫੋਰਚੂਨੇਟਲੀ ਐਮਪਟੀ ਸੈਟ ਦੇ ਵਿੱਚ ਤੁਹਾਨੂੰ ਇਹ ਕੰਡੀਸ਼ਨ ਵਾਇਲੇਟ ਕਰਨ ਵਾਸਤੇ ਕੋਈ ਵੀ ਐਲੀਮੈਂਟ ਨਹੀਂ ਲੱਭਣਾ। ਸੋ phi ਇਜ਼ ਬਾਈ ਡਿਫਾਲਟ ਸਿਮੈਟ੍ਰਿਕ। ਸੋ ਵਟ ਅਬਾਊਟ A cross A means universe identity relation? Of course ਉਹ ਸਾਡਾ ਸਿਮੈਟ੍ਰਿਕ ਹੈ, ਬਿਕੋਜ਼ ਉਹਦੇ ਵਿੱਚ ਤਿੰਨ ਹੀ ਐਲੀਮੈਂਟ ਹੈ। ਇਸ ਐਗਜ਼ਾਮਪਲ ਦੇ ਅਕੋਰਡਿੰਗਲੀ 1 ਦਾ ਉਲਟ 1 1, 2 ਦਾ ਉਲਟ 2 2, 3 ਦਾ ਉਲਟ 3 3, ਤਿੰਨੇ ਹੀ ਹੈਗੇ ਆ, ਬਿਲਕੁਲ ਹੈਗੇ ਆ। ਉਸ ਤੋਂ ਬਾਅਦ ਯੂਨੀਵਰਸਲ ਰਿਲੇਸ਼ਨ, ਸੌਰੀ ਆ ਸਾਡਾ ਯੂਨੀਵਰਸਲ ਰਿਲੇਸ਼ਨ ਸੀਗਾ, ਸੌਰੀ ਆਇਡੈਂਟੀਟੀ ਸੀਗਾ, ਆਇਡੈਂਟੀਟੀ ਰਿਲੇਸ਼ਨ। ਹੁਣ ਉਸ ਤੋਂ ਬਾਅਦ ਸਾਡਾ ਰਿਲੇਸ਼ਨ ਹੈ ਯੂਨੀਵਰਸਲ। ਯੂਨੀਵਰਸਲ ਦੇ ਵਿੱਚ ਅਸੀਂ ਸਾਰੀ A cross A ਹੀ ਲੈ ਲਈ। ਜਦੋਂ A cross A ਲੈ ਲਈ ਤਾਂ ਆ ਤੁਸੀਂ ਦੇਖੋ ਆ ਮੈਟ੍ਰਿਕਸ ਬਣੀ ਆ ਜਾਓ। ਅਗਰ ਉੱਥੇ 1 3 ਹੈਗਾ ਅਤੇ ਉਹਦੇ ਉਲਟ 3 1 ਵੀ ਹੈਗਾ, ਸਾਰੇ ਫਿਲ ਕੀਤੇ ਹੋਏ ਆ, ਸੋ ਸਿਮੈਟ੍ਰਿਕ ਹੈ। ਸੋ ਹੋਪਫੁਲੀ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਹੋਣੀ ਹੈ। ਉਸ ਤੋਂ ਬਾਅਦ ਨੈਕਸਟ ਡੈਫੀਨੇਸ਼ਨ ਹੈ ਜਿਹੜੀ ਉਹ ਸਾਡੀ ਹੈਗੀ ਹੈ ਐਂਟੀ ਸਿਮੈਟ੍ਰਿਕ ਦੀ। ਜਸਟ ਅ ਮੋਮੈਂਟ। ਐਂਟੀਸਿਮੈਟ੍ਰਿਕ, ਐਂਟੀਸਿਮੈਟ੍ਰਿਕ ਬੇਟਾ ਇਹਦੇ ਵਿੱਚ ਹੁੰਦਾ ਅਫਕੋਰਸ R ਇਜ਼ ਅ ਰਿਲੇਸ਼ਨ ਫਰੋਮ A to A, in A or on A, ਜੋ ਮਰਜੀ ਬੋਲ ਲਓ। ਇਫ AB belongs to R, BA belongs to R implies A is equal to B।
ਹੁਣ ਤੁਸੀਂ ਧਿਆਨ ਦਿਓ बेटा एम्प्टी सैट ते फिर उही आर्गूमेंट लग गया, ये कुछ भी कंट्राडिक्ट करने लई नहीं हैगा। सो बाय डिफॉल्ट फाइज एंटीसिमेट्रिक। सो आइडेंटिटी रिलेशन ते आ जाओ, ए बी है मतलब 1 1 है, उहदा उल्ट बी है मतलब 1 1 फिर है, तो 1 ते 1 इक्वल है। सो ये रिलेशन भी तुहाडा एंटीसिमेट्रिक है, ये रिलेशन भी एंटीसिमेट्रिक है। सो व्हाट अबाउट यूनीवर्सल रिलेशन? ये नहीं हैगा। क्यों नहीं हैगा? देखो 1 3 एंड 3 1 दोनों आर दे विच हैगे आ, यानी कि यूनीवर्सल रिलेशन च हैगे आ, बट 1 नॉट इक्वल टू 3। सो ये साडा रिलेशन एंटीसिमेट्रिक नहीं हैगा। सो नैक्सट टाइप आ साडी जिहड़ी तीसरी टाइप आ मोस्ट इंपॉर्टेंट, जस्ट अ मोमेंट। Just a moment. So transitive. Transitive. Transitive की है बेटा, of course R is subset of A cross A. If A related to B, B related to C, implies A must be related to C. That is, if AB belongs to R, BC belongs to R, अगर इदा हो जाए A ते C भी R में चला जाए तो असी कह दें साडा जिहड़ा रिलेशन आ वो ट्रांजिटिव है। सो इत्थे एम्प्टी सैट नथिंग टू कंट्राडिक्ट, मनना ही पैना है, ये तुहाडा रिलेशन की है ट्रांजिटिव है। बिल्कुल आइडेंटिटी विच तुहाडा कोई होर पेयर बनता नहीं तो ये भी तुहानूं ट्रांजिटिव मनना पैना। तो यूनीवर्सल तो ये तो किते बाहर ही नहीं जा सकते, तो ये भी हैगा। हुण मैं कुछ आपदे वनियो रिलेशनस लैना R1। सो 1 2 2 1 की ये रिलेशन ट्रांजिटिव हैगा। सो तुसी कहना सर सिमेट्रिक हैगा जी 1 2 2 1, रिफ्लैक्सिव नहीं हैगा बिकॉज ये एक्चुअली मैं 3 चीज़ें लिख देना, रिफ्लैक्सिव, सिमेट्री ते ट्रांजिटिविटी। रिफ्लैक्सिविटी नहीं हैगी, रिफ्लैक्सिव है बिकॉज प्रिंसीपल डायगोनल नहीं हैगा ये। वट अबाउट सिमेट्री? 1 2 उहदा उल्ट 2 1 हैगा, बिल्कुल 2 एलीमेंट्स एक दूजे के उल्ट हैगे आ। वट अबाउट ट्रांजिटिविटी? 1 2 2 1। इत्थे देखो तुसी की कीता बेटा, आ 2 1 नूं विचों डिस्कार्ड करता, तो तुहाडे कोल जिहड़ा नवां एलीमेंट बनना चाहिए सी 1 1, वो इहदे विच हैगा, वो नहीं हैगा। सो ये भी ये ट्रांजिटिव नहीं हैगा। सो एक होर रिलेशन डिस्कस करते हैं इसी लाइन दे विच ही। सपोज करो R2। हुण मैं की कीता, आ बहुत ध्यान नाल समझो बेटा, मैं 1 1 इंट्रोड्यूस करता है सैट दे विच। जस्ट अ मोमेंट, मैं वक्रे कलर नाल लिखदा, मैं एक R2 वक्रे कलर नाल लिख लिया, ਉਹਦੇ ਵਿੱਚ 1 2 2 1 एंड 1 1। ਹੁਣ 1 1 इंट्रोड्यूस करता। ਹੁਣ दसो ये ट्रांजिटिव हैगा कि नहीं हैगा? ऑफकोर्स तुसी पहली नज़र च कहना सर 1 1 की प्रॉब्लम सीगी, वो 1 1 आ गया तो हुणे ट्रांजिटिव होना चाहिए, बट इंटरेस्टिंगली आंसर इज अगेन नैगेटिव। ये ट्रांजिटिव नहीं हैगा बिकॉज तुसी इस पेयर नाल सोचा 1 2 2 1, तो वो अकॉर्डिंगली 1 1 होना चाहिए सी, वो हैगा। बट जे तुसी इन्हां नूं अगे पिछे ऑर्डर च कर लेंदे 1 2, हुण 1 1 निकल के ने की बनना सी 2 2, पर 2 2 तो वो नहीं हैगा ना। सो ये रिलेशन ट्रांजिटिव नहीं हैगा। होपफुली तुहानूं ये जिहड़े तिन्नां दी टाइप है वो समझ लगी हो जूगी, समझ लग गई होनी है। सो हुण थोड़ा जिहा असीं आउणे आ उस तो बाद जिहड़ी इहदी नैक्सट टाइप है इक्वलेंस रिलेशन की। सो और फिर वापस आ जाओ, अगर कोई रिलेशन सपोज करो ए सबसैट ऑफ ए क्रॉस ए है, तो वो 3 प्रॉपर्टीज़ अगर उत्ते लग जांदियां एट अ टाइम, किहड़ियां एक रिफ्लैक्सिविटी आ जाती है, सिमेट्री आ जाती है, तो ट्रांजिटिविटी आ जाती है, तो वो रिलेशन हो जाता इक्वलेंस रिलेशन। सो तुहानूं कई बार पेपर च पुछदा भी दसो जी इक्वलेंस रिलेशन हैगा कि नहीं हैगा, तो दैन वी हैव टू चैक दीज 3 प्रॉपर्टीज़।
एक दो इंपॉर्टेंट क्वेश्चनस हैगे आ ਜਿਹੜੇ ਆਪਾਂ डिस्कस करते हैं। सो पहला क्वेश्चन मैं ਤੁਹਾਨੂੰ एग्जाम्पल दिना, बहुत सोहनी काउंटर। सपोज करो ਤੁਹਾਡੇ ਕੋਲ एक सैट ई है, सैट है सैट ऑफ ऑल स्टेट, थोड़ी लिखने की दिक्कत आती है, स्टेट लाइन्स इन ए प्लेन। ओके, सो एक रिलेशन ले लिया मैं। ऑफकोर्स मैं जो एक्चुअली याद रखियो, जो किसी भी सैट की आपके सैट नाल कार्टीशियन प्रोडक्ट लै रहे होंगे ना, तो जे असीं उहनूं पंजाबी च कहीए बिल्कुल की कर रहे होंगे, उन्होंने एलीमेंट्स के पेयर बना रहे होंगे। तो हुण इनफाइनिटली मैनी स्टेट लाइन्स ने, तो सब का अपने आप नाल एक एक पेयर बन गया है ना। तो उहदे विचों फिर रिलेशन पिक करना है, तो आप आपकी मर्जी है ना किवें करांगे। तो जिहड़ा मैं रिलेशन इत्थे पिक कर रहा, मैं रिलेशन पिक कर रहा भी दो लाइन्स ले लिया एल ते एम, तो वो जड़ियाँ लाइन्स हैगियां एल इज़ पैरेलल टू एम। सो मेरा पहला रिलेशन है भी ये दोवें लाइन्स है जड़ियाँ ई नूं बिलोंग करदियां, मतलब स्ट्रेट लाइन्स ने सेम प्लेन है, तो वो लाइन्स पैरेलल है। सो हुण पहलां तुसीं देखो रिफ्लैक्सीविटी की गल करिए। रिफ्लैक्सीविटी हरेक लाइन आपदे पैरेलल होगी फॉर एवरी लाइन। पैरेलल दा कंडीशन की होंदी है, दो लाइनां पैरेलल कदों होंदियां, जदों उन्हां दी स्लोप इक्वल होवे। तो हुण मान लो कोई भी दो लाइन लवांगे, उन्हां दी कोई ना कोई स्लोप होगी, हरेक नंबर आपदे इक्वल हुंदा, इस करके हर एक लाइन आपदे पैरेलल होगी। तो यही साडी रिफ्लैक्सीविटी की डेफिनेशन है, हरेक लाइन आपदे नाल रिलेट होगी। क्यों रिलेट होगी? क्योंकि रिलेट होने का फंडा ही है, अगर दो लाइनां पैरेलल आ तो एक दूजे नाल रिलेट करदी है, क्योंकि हरेक लाइन खुद ही पैरेलल होंदी है, इस करके रिफ्लैक्सीविटी आ गई। सो नैक्सट है जी सिमिट्री। सिमिट्री की है, सपोज करो भी तुहाडे कोल एक लाइन है एल रिलेटिड टू एम, है ना। सो नैचुरली की है भी एल है जी पैरेलल होगी एम दे। हुण तुसीं ध्यान दिओ, दो स्ट्रेट लाइन्स लै लो, एक एल है एक एम है। नैचुरली अगर एल एम दे पैरेलल है, दोनों की स्लोप इक्वल है, तो यदा मतलब एम भी तो पैरेलल एल दे होगी ना। सो एम रिलेटिड टू एल, सो सिमिट्री भी आ गई साडे कोल। सो तीसरी गल आ गई ट्रांसटिविटी की। ट्रांसटिविटी बेटा ध्यान दिओ भी एल रिलेटिड टू एम है, एम रिलेटिड टू एन है। सो वट इहदा मैथमैटिकल मीनिंग की है भी एल है जी पैरेलल एम दे है, एम जी पैरेलल एन दे है। सो बेटा तुसीं देखो तीन लाइन स्ट्रेट लै लो एल एम एन, तो तिन्हां दी स्लोप इक्वल है। जे तिन्हां दी स्लोप इक्वल है तो जी फस्ट तो थर्ड भी की होणगियां, इक्वल स्लोप होगी तो पैरेलल होणगियां, तो एल तो एन भी की हो गए रिलेटिड हो गए। सो ट्रांसटिविटी भी आ गई। सो जिहड़ा तुहाडा ये रिलेशन है, मतलब पैरेललिज्म का रिलेशन है जिहड़ा, ये की हो गया, ये इक्विवेलेंस हो गया। इक्विवेलेंस रिलेशन याद रखियो, है ना, पेपर च पूछ लैंदा। सो एक तो ये साडी इंपॉर्टेंट डेफिनेशन होगी, सॉरी इक्विवेलेंस रिलेशन की इंपॉर्टेंट डेफिनेशन होगी, तो नाल ही होगी एक इंपॉर्टेंट एग्जाम्पल होगी। सो एक होर ये नाल दा ही डिस्कस करते हैं। जस्ट मोमेंट, मैनू अरेज कर लैन दिओ। हाँ जी, आ जाओ वापस आ जाओ। हुण मैं की कीता, हुण मैं क्वेश्चन उही सेम आ, मैं थोड़ा जिहा उहदा रिलेशन बदल दिना। रिलेशन बदल के मैं की कर दिना, परपेंडिकुलर दा कर दिना। हटा दो इनू, इत्थे रिलेशन किहदा करता, परपेंडिकुलर दा। ओके, सो हुण पहली गल ते आओ रिफ्लैक्सीविटी दी। रिफ्लैक्स की है, रिफ्लैक्सिव है। सपोज करो कि हरेक लाइन आपदे परपेंडिकुलर होंदी है? नहीं होंदी। मैथमैटिकली किवें सोचोगे? सपोज करो एक लाइन है, सपोज करो लाइन एल है, उहदी स्लोप सपोज करो भी 1 है, तो उस लाइन की स्लोप दो बारी कंसिडर कर लैंदे आ, फिर 1 है, दोवां दी प्रोडक्ट लाओगे जो तुसीं उन्हां दी स्लोप दी, तो वह भी 1 बनूगी। तो बट सानू पता है अगर दो लाइनां परपेंडिकुलर होण
ਤਾਂ ਉਹਨਾਂ ਦੀ ਸਲੋਪ ਦੀ ਜਿਹੜੀ ਪ੍ਰੋਡਕਟ ਹੁੰਦੀ ਆ -1 ਹੁੰਦੀ ਹੈ। ਚਲੋ ਇਹ ਤਾਂ ਜ਼ਿਆਦਾ ਜਿਓਮੈਟਰੀਕਲ ਆਸਪੈਕਟ ਹੋ ਗਿਆ। ਵੈਸੇ ਹਰੇਕ ਲਾਈਨ ਆਪਦੇ ਪਰਪੈਂਡੀਕੂਲਰ ਨਹੀਂ ਹੁੰਦੀ, ਉਹ ਸਿਰਫ ਪੈਰਲਰ ਹੁੰਦੀ ਹੈ। ਸੋ ਕੋਈ ਵੀ ਲਾਈਨ ਹੈ ਜਿਹੜੀ ਉਹ ਆਪਦੇ ਪਰਪੈਂਡੀਕੂਲਰ ਨਾ ਹੋਣ ਕਰਕੇ ਉਹ ਆਪਦੇ ਆਪ ਨਾਲ ਰਿਲੇਟਡ ਨਹੀਂ ਹੈਗੀ। ਸੋ ਆਰ ਹੈ ਜਿਹੜਾ ਉਹ ਇਸ ਰਿਲੇਸ਼ਨ ਦੇ ਵਿੱਚ ਰਿਫਲੈਕਸਿਵ ਨਹੀਂ ਹੈਗਾ ਗਾ। ਸੋ ਰਿਫਲੈਕਸੀਵਿਟੀ 'ਤੇ ਅਸੀਂ ਕ੍ਰੋਸ ਲਾਤਾ। ਉਸ ਤੋਂ ਬਾਅਦ ਆ ਗਈ ਸਿਮਿਟਰੀ। ਸਿਮਿਟਰੀ 'ਚ ਕੀ ਹੈ, ਸਪੋਜ਼ ਕਰੋ L ਰਿਲੇਟਡ ਟੂ L1 ਰਿਲੇਟਡ ਟੂ L2 ਹੈ। ਸੋ ਮਤਲਬ ਕੀ ਹੈ, L1 ਪਰਪੈਂਡੀਕੂਲਰ L2 ਦੇ। ਪਰਪੈਂਡੀਕੂਲਰ ਨਹੀਂ ਫੰਡਾ ਉਹੀ ਰਹਿ ਜਾਣਾ, ਸੇਮ ਰਹਿ ਜਾਣਾ। ਆਹ ਦੇਖੋ ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਹੈ ਤਾਂ ਦੂਜੀ ਵੀ ਤਾਂ ਪਹਿਲੀ ਦੇ ਹੈਗੀ ਹੈ ਨਾ। ਸਲੋਪ ਵਾਲਾ ਫੰਡਾ ਲਾਉਂਗੇ ਤਾਂ ਵੀ ਲੱਗ ਜਾਣਾ। ਸੋ L2 ਰਿਲੇਟਡ ਟੂ L1। ਸੋ ਸਿਮਿਟਰੀ ਆ ਗਈ ਸਾਡੇ ਕੋਲ। ਸੋ ਵਟ ਅਬਾਊਟ ਟ੍ਰਾਂਸਟੀਵਿਟੀ? ਟ੍ਰਾਂਸਟੀਵਿਟੀ ਨਹੀਂ ਹੋਣੀ ਬੇਟਾ। ਕਿਉਂ ਨਹੀਂ ਹੋਣੀ? ਆਪਾਂ ਵੈਸੇ ਹੀ ਲਿਖ ਲੈਂਦੇ ਹਾਂ। ਸਪੋਜ਼ ਕਰੋ ਵੀ L1 ਰਿਲੇਟਡ ਟੂ L2 ਐਂਡ L2 ਰਿਲੇਟਡ ਟੂ L3। ਸੋ ਪਹਿਲਾਂ ਤਾਂ ਇੱਥੇ ਬਣਾ ਲੈਣਾ ਮੈਂ, ਆਹ ਹੋ ਗਈ ਸਪੋਜ਼ ਕਰੋ L1, ਇਹਦੇ ਪਰਪੈਂਡੀਕੂਲਰ ਲੈ ਲਈ ਮੈਂ L2। ਹੁਣ L2 ਦੇ ਪਰਪੈਂਡੀਕੂਲਰ ਲਾਈਨ ਲਈਏ, ਮੈਂ ਕਲਰ ਚੇਂਜ ਕਰ ਦਿੰਦਾ, ਤੁਹਾਨੂੰ ਦਿਖ ਜੂਗੀ। ਉਹ ਜਾਂ ਤਾਂ ਇੱਧਰ ਨੂੰ ਹੋਊਗੀ, ਸਪੋਜ਼ ਕਰੋ ਇੱਧਰ ਨੂੰ ਬਣਾ ਲੈਂਦੇ ਆਹ ਵਾਲੀ L3। ਸੋ L1 ਅਤੇ L3 ਬੜੀ ਕਲੀਅਰਲੀ ਤੁਹਾਨੂੰ ਦਿਖ ਰਹੀਆਂ। ਇਹ ਕੀ ਆ ਗਈਆਂ? ਇਹ L1 L3 ਪੈਰਲਰ ਹੋ ਗਈਆਂ, ਠੀਕ ਹੈ। ਸੋ L1 ਨਾਟ ਰਿਲੇਟਡ ਟੂ L3। ਸੋ ਟ੍ਰਾਂਸਟੀਵਿਟੀ ਸਾਡੀ ਉੱਡ ਗਈ। ਸੋ ਪਰਪੈਂਡੀਕੂਲਰ ਰਿਲੇਸ਼ਨ ਦੇ ਵਿੱਚ ਇੱਕੋ ਹੀ ਰਿਲੇਸ਼ਨ ਹੋਲਡ ਕਰਦਾ, ਇੱਕੋ ਹੀ ਪ੍ਰੋਪਰਟੀ ਹੋਲਡ ਕਰਦੀ ਹੈ, ਕਿਹੜੀ? ਦੈਟ ਇਜ਼ ਸਿਮਿਟਰੀ। ਨਾ ਤਾਂ ਰਿਫਲੈਕਸਿਵ ਹੈ ਅਤੇ ਨਾ ਉਹ ਕੀ ਹੈ, ਟ੍ਰਾਂਸਟਿਵ ਹੈ। ਉਸ ਤੋਂ ਬਾਅਦ ਅੱਗੇ ਆਓ, ਸਾਡੇ ਕੋਲ ਜਦੋਂ ਅਸੀਂ ਇਕੁਅਲੈਂਸ ਰਿਲੇਸ਼ਨ ਦੀ ਗੱਲ ਕੀਤੀ ਸੀ, ਇਕੁਅਲੈਂਸ ਰਿਲੇਸ਼ਨ ਦੀ ਮੈਂ ਸ਼ਾਰਟ ਫਾਰਮ 'ਚ ਲਿਖ ਦਿੰਦਾ ER। ਤਾਂ ਉਹਦੇ ਵਿੱਚ ਕੀ ਸੀਗੀ? ਉਹਦੇ ਵਿੱਚ ਇੱਕ ਰਿਫਲੈਕਸੀਵਿਟੀ ਸੀ, ਇੱਕ ਸਿਮਿਟਰੀ ਸੀ ਅਤੇ ਇੱਕ ਉਹਦੇ ਵਿੱਚ ਟ੍ਰਾਂਸਟੀਵਿਟੀ ਸੀ। ਅਤੇ ਪਾਰਸ਼ਲ ਆਰਡਰ ਰਿਲੇਸ਼ਨ ਦੇ ਵਿੱਚ ਰਿਫਲੈਕਸੀਵਿਟੀ ਹੈ, ਸਿਮਿਟਰੀ ਦੀ ਥਾਂ 'ਤੇ ਇੱਥੇ ਐਂਟੀ ਸਿਮਿਟਰਿਕ ਹੋ ਗਿਆ ਅਤੇ ਟ੍ਰਾਂਸਟੀਵਿਟੀ ਉੱਦਾਂ ਹੀ ਰਹਿ ਗਈ। ਸੋ ਆ ਇੱਥੇ ਚੇਂਜ ਆ ਗਿਆ ਤਾਂ ਉਹ ਰਿਲੇਸ਼ਨ ਕੀ ਹੋ ਜਾਂਦਾ? ਪਾਰਸ਼ਲ ਆਰਡਰਡ ਹੋ ਜਾਂਦਾ ਹੈ ਨਾ। ਸੋ ਇਹਦੀ ਐਗਜ਼ਾਮਪਲ ਲੈਣੀ ਆ ਤਾਂ ਇਹਦੀ ਬੜੀ ਐਗਜ਼ਾਮਪਲ ਲੈ ਲੈਂਦੇ ਆਪਾਂ। ਸਪੋਜ਼ ਕਰੋ ਵੀ ਤੁਹਾਡੇ ਕੋਲ ਇੱਕ N ਸੈੱਟ ਆ, ਮਤਲਬ ਸੈੱਟ ਆਫ ਨੈਚੁਰਲ ਨੰਬਰਸ। ਸੈੱਟ ਆਫ ਨੈਚੁਰਲ ਨੰਬਰ ਇੱਕ ਰਿਲੇਸ਼ਨ ਲੈ ਲੈਂਦੇ ਹਾਂ ਆਪਾਂ N ਕ੍ਰੋਸ N ਦਾ। ਅਤੇ ਆਰ ਲੈ ਕੀ ਆ ਰਿਲੇਸ਼ਨ? ਸਪੋਜ਼ ਕਰੋ XY, X ਰਿਲੇਟਡ ਟੂ Y ਇਫ X ਇਜ਼ ਲੈਸ ਦੈਨ ਇਕੁਅਲ ਟੂ Y। ਇਹ ਸਟੈਂਡਰਡ ਨੋਟੇਸ਼ਨ ਆ, ਲੈਸ ਦੈਨ ਇਕੁਅਲ ਟੂ Y ਦੀ ਪਾਰਸ਼ਲ ਆਰਡਰ ਰਿਲੇਸ਼ਨ ਜਦੋਂ ਅਸੀਂ ਕਰਦੇ ਹਾਂ। ਹੁਣ ਤੁਸੀਂ ਦੇਖੋ, ਸੋ ਪਹਿਲੀ ਗੱਲ, ਹਰੇਕ ਕੋਈ ਵੀ ਨੈਚੁਰਲ ਨੰਬਰ ਆਪਦੀ ਇਕੁਅਲ ਤਾਂ ਹੁੰਦਾ ਹੀ ਹੁੰਦਾ ਨਾ, ਫਾਰ ਐਵਰੀ X ਨੈਚੁਰਲ ਬਿਲੋਂਗਸ ਟੂ। ਇਹਦਾ ਮਤਲਬ ਕੀ ਹੈ ਵੀ X ਰਿਲੇਟਡ ਟੂ X। ਸੋ ਰਿਫਲੈਕਸੀਵਿਟੀ ਸਾਡੇ ਕੋਲ ਆ ਗਈ। ਸੈਕੰਡਲੀ, X ਰਿਲੇਟਡ ਟੂ Y ਐਂਡ Y ਰਿਲੇਟਡ ਟੂ X। ਸੋ ਇਹਦਾ ਮਤਲਬ ਕੀ ਹੈ? X ਇਜ਼ ਲੈਸ ਦੈਨ ਇਕੁਅਲ ਟੂ Y ਐਂਡ Y ਇਜ਼ ਲੈਸ ਦੈਨ ਇਕੁਅਲ ਟੂ X। ਕੁਦਰਤੀ ਗੱਲ ਹੈ, X Y ਤੋਂ ਛੋਟਾ, Y X ਤੋਂ ਛੋਟਾ, ਤਾਂ ਦੋਵੇਂ ਕੀ ਹੋਣਗੇ? ਇਕੁਅਲ ਹੀ ਹੋਣਗੇ। ਸੋ ਇਹ ਤੁਹਾਡੇ ਕੋਲ ਕੀ ਹੋ ਗਿਆ? ਇਹ ਐਂਟੀ ਸਿਮੈਟ੍ਰਿਕ। ਸੋ ਤੀਸਰੀ ਪ੍ਰੋਪਰਟੀ ਬੇਟਾ, ਸਪੋਜ਼ ਕਰੋ X ਰਿਲੇਟਡ ਟੂ Y, Y ਰਿਲੇਟਡ ਟੂ Z, X Y ਤੋਂ ਛੋਟਾ ਹੋ ਗਿਆ, Y Z ਤੋਂ ਛੋਟਾ ਹੋ ਗਿਆ ਬੇਟਾ। ਸੋ ਨੈਚੁਰਲੀ ਗੱਲ ਹੈ, ਪਹਿਲਾ ਦੂਜੇ ਤੋਂ ਛੋਟਾ, ਦੂਜਾ ਤੀਜੇ ਤੋਂ ਛੋਟਾ, ਤਾਂ ਅਫਕੋਰਸ ਪਹਿਲਾ ਤੀਜੇ ਤੋਂ ਛੋਟਾ ਹੋਊਗਾ। X ਰਿਲੇਟਡ ਟੂ X ਰਿਲੇਟਡ ਟੂ Z। ਸੋ ਇਹਦਾ ਮਤਲਬ ਕੀ ਹੋ ਗਿਆ? ਇਹਦਾ ਮਤਲਬ ਕੀ ਹੋ ਗਿਆ ਵੀ ਇਹ ਜਿਹੜਾ ਰਿਲੇਸ਼ਨ ਆ ਲੈਸ ਦੈਨ ਇਕੁਅਲ ਟੂ ਦਾ ਇਜ਼ ਪਾਰਸ਼ਲ ਆਰਡਰ ਰਿਲੇਸ਼ਨ। ਸੋ ਇੱਥੇ ਇੱਕ ਨਾ ਨਵੀਂ ਗੱਲ ਦੱਸਦਾ ਤੁਹਾਨੂੰ, ਤੁਹਾਡੇ ਲਈ ਇੱਥੇ ਸ਼ਾਇਦ ਬੁੱਕ ਵਿੱਚ ਨਹੀਂ ਲਿਖੀ ਹੋਈ। ਵੀ ਸਪੋਜ਼ ਕਰੋ ਵੀ ਇਫ ਤੁਹਾਡੇ ਕੋਲ ਕੋਈ E ਨੋਨ ਐਮਪਟੀ ਸੈੱਟ ਹੋਵੇ ਅਤੇ ਆਹ ਸਪੋਜ਼ ਕਰੋ ਵੀ ਤੁਹਾਡੇ ਕੋਲ ਇਜ਼ ਪਾਰਸ਼ਲ ਆਰਡਰ ਰਿਲੇਸ਼ਨ, then E equipped with this particular relation is called POSET, मतलब partial ordered set। सो पार्शल ऑर्डर की एक एग्जाम्पल असी कर ली, होर करनी एक अद्धी होर कर लेने। चलो मैं इनू अरेज कर देना। लो जी, इनू मैं अरेज करता।
होर एक लै लैंदे आप एग्जाम्पल यदि सपोज करो फिर अगे वांगू आप सैट नैचुरल नंबर का लै लो एन सैट ऑफ ऑल नैचुरल नंबरस। तो आर एक असी रिलेशन लै लिया, आर इज़ अ रिलेशन ऑन एन फ्रॉम एन टू एन। किद्दां लै लिया बेटा, आर दे विच असी लै ले इदां, कई बारी ना मैं लिखता एक्स डिवाइड्स वाई, ऑफ कोर्स एक्स वाई बिलोंग्स टू नैचुरल नंबर। तो ये बेटा कई बार ना नोटेशन आ भी लिख देंगे होंगे एक्स वाई, यदा मतलब भी यही होंगे भी एक्स डिवाइड्स वाई, बट नंबर थ्योरी दी थोड़े लैवल पर नहीं लेंगे। सो पहली प्रॉपर्टी दसो रिफ्लैक्सिव है कि नहीं है। देखो 1 1 ਨੂੰ डिवाइड करता है, 2 2 ਨੂੰ डिवाइड करता। मैं डिविजिबिलिटी वैसे ही लिख रहा, तुम लिखना इदा ही समझ लो, हर एक नंबर अपने आप को डिवाइड करता, सो ये रिफ्लैक्सीविटी आ गई। सो वट अबाउट सिमिट्री, सपोज करो एक्स वाई ਨੂੰ डिवाइड करता तो वाई एक्स ਨੂੰ डिवाइड करता। तो हम देखो जगर 2 4 ਨੂੰ डिवाइड करता तो कि 4 2 ਨੂੰ डिवाइड करता नहीं करता ना। तो जो आ गल होंगी है जो एक्स वाई रिलेट करता तो वाई एक्स ਨੂੰ, तो दोनों नंबर बराबर ही होंगे ये। सो एक किहड़ी प्रॉपर्टी लग गई फिर साडी एंटी सिमिट्रिक की। तो तीसरा सपोज करो भी 2 4 ਨੂੰ डिवाइड करता, 4 8 ਨੂੰ डिवाइड करता, तो 2 8 ਨੂੰ डिवाइड करेगा ही करेगा ना। सो इफ एक्स रिलेटेड टू वाई रिलेटेड टू जैड, सो मैथमेटिकली की सी एक्स रिलेटेड टू वाई एंड वाई एक्स डिवाइड्स वाई एंड वाई डिवाइड्स जैड। सो वट डिड मीन एक्स विल डिवाइड जैड। सो जो डिविजिबिलिटी वाला रिलेशन है ये भी तो रिलेशन हो गया। सो जो डिविजिबिलिटी का रिलेशन है, डिविजिबिलिटी रिलेशन इज पार्शल ऑर्डर रिलेशन। ये भी तो रिलेशन हो गया सी, पार्शल ऑर्डर रिलेशन हो गया सी। सो उस तो बाद एक बड़ा इंटरस्टिंग कंपैरिजन लैके आया मैं। अक्सर ही मैं देखता जोड़े एग्जाम के लैवल ऑफ डिफिकल्टी लैके, तो मैं 3 रिलेशन आप हरेक जो आप टाइप डिस्कस कर रहे थे, चाहे वो फ्लैक्सीविटी सी, चाहे वो सिमिट्री सी, चाहे वो ट्रांसटिविटी सी, तो आप एम्प्टी रिलेशन, वाइड रिलेशन मीनस आइडेंटिटी रिलेशन तो यूनीवर्सल रिलेशन तीनों डिस्कस किया। तो तुम इतने नोट करो बेटा भी पहला रिफ्लैक्सीविटी की गल करते हैं। तो मैं क्या सीगा भी जो वाइड रिलेशन आ वो रिफ्लैक्सिव नहीं हैगा। उस तो बाद आइडेंटिटी हैगा, यूनीवर्सल हैगा, सिमिट्रिक फाई सीगा, और सारे कुछ जो जो आप डिस्कस करके वो सारे एक टेबल बना के दसता। पर इस इंपॉर्टेंट गल ये आ भी जो एम्प्टी रिलेशन है क्योंकि वो रिफ्लैक्सिव नहीं हैगा, इस करके वो ना तो इक्वलेंस रिलेशन है ना वो पार्शल ऑर्डर रिलेशन है। जोड़ा तो आइडेंटिटी रिलेशन है वो देखो सिमिट्रिक भी है, एंटी सिमिट्रिक भी है। तो देखो इतने बहुत नोट करने वाली गल है, जो आइडेंटिटी रिलेशन है वो तो इक्वलेंस रिलेशन भी हैगा तो पार्शल ऑर्डर भी हैगा। तो उस तो बाद जोड़ा तुहाडा यूनीवर्सल रिलेशन है वो इक्वलेंस तो हैगा बट पार्शल ऑर्डर नहीं हैगा। सो ये ही एक क्वेश्चन सैट होने की उम्मीद है, ये इदा पा लेंगे। उस तो बाद जो अगे फिर कुछ इंपॉर्टेंट पॉइंट्स है। इंटरसैक्शन ऑफ 2 इक्वलेंस रिलेशनस ऑन ए सैट इज़ एन इक्वलेंस रिलेशन है। मतलब 4 पॉइंट है, ये भी कई बार पूछ लेंदा है, तो पेपर अगे किसी ना किसी पूछा होया। थोड़ा एक बार फिर आप डिस्कस कर लें। सपोज करो भी तुहाडे कोल ये एक सैट है 1 2 3। सो असी की करते हैं R1 तो एक R1 रिलेशन लैन लग्या, मैं आपदे कोल ही लै रहा 1 1 2 2 3 3 1 2 2 1। एक होर लै लो R2, ऑफकोर्स ये क्रॉस का सबसैट है। R2 लै लो 1 1 2 2 बेटा 3 3। ये मैं ले लिया बेटा जी 2 3, थोड़ा फर्क पाता 2 3 एंड 3 2। हुण तुसी R1 साढ़े कोल 3 प्रॉपर्टीज़ है, किहड़ियां प्रॉपर्टीज़ है, एक मिनट, रिफ्लैक्सीविटी, सिमिट्री ते ट्रांसटिविटी, रिलेशन R1 ते R2। तो तुसी देखो भी साडा प्रिंसीपल डायगोनल उहदे विच हैगा, बिल्कुल हैगा, दोनों दे विच प्रिंसीपल डायगोनल हैगा। सो 1 2 का 1 2 का इन्हां दे सारिਆਂ दे उल्ट हैगे,
1 to the ਉਲਟ 2 1, ਤਾਂ ਕਲੀਅਰਲੀ ਇਹ ਰਿਫਲੈਕਸਿਵ ਵੀ ਹੈ, ਸਿਮੈਟ੍ਰਿਕ ਵੀ ਹੈ, ਅਤੇ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਟ੍ਰਾਂਜ਼ਿਟਿਵ ਵੀ ਹੈਗਾ। ਸੋ ਤਿੰਨੇ ਹੀ ਪ੍ਰੋਪਰਟੀਆਂ ਦੇ ਵਿੱਚ ਹੈਗੀਆਂ। ਇਨ ਦਾ ਸੇਮ ਵੇ ਦੂਜੇ ਰਿਲੇਸ਼ਨ 'ਚ ਵੀ ਇਹ ਗੱਲਾਂ ਲੱਗ ਗਈਆਂ। ਪਰ ਜਦੋਂ ਤੁਸੀਂ ਹੁਣ ਗੱਲ ਕਰਨੀ ਆਪਾਂ ਇਹਨਾਂ ਦੀ ਇੰਟਰਸੈਕਸ਼ਨ ਦੀ, ਜਦੋਂ ਇੰਟਰਸੈਕਸ਼ਨ ਕੀਤੀ ਤਾਂ ਹੋਰ ਤਾਂ ਕਾਮਨ ਹੈ ਨਹੀਂ, ਇਕੱਲੇ ਪ੍ਰਿੰਸੀਪਲ ਡਾਇਗੋਨਲ ਐਲੀਮੈਂਟ ਹੀ ਕਾਮਨ ਹੈ। ਤਾਂ ਮੈਂ ਹੁਣੇ ਹੀ ਕਹਿ ਕੇ ਆਇਆ ਜਿਹੜਾ ਪ੍ਰਿੰਸੀਪਲ ਡਾਇਗੋਨਲ ਮਤਲਬ ਆਇਡੈਂਟੀਟੀ, ਅਤੇ ਆਇਡੈਂਟੀਟੀ ਕਿਹੜਾ ਰਿਲੇਸ਼ਨ ਹੈਗਾ, ਉਹ ਇਕੁਅਲੈਂਸ ਹੈਗਾ। ਆਹ ਦੇਖੋ ਜਿਹੜਾ ਆਇਡੈਂਟੀਟੀ ਰਿਲੇਸ਼ਨ ਹੈਗਾ ਉਹ ਤੁਹਾਡਾ ਇਕੁਅਲੈਂਸ ਰਿਲੇਸ਼ਨ ਹੈਗਾ। ਸੋ ਇੱਥੇ ਆਪਣਾ ਪਹਿਲਾ ਪੁਆਇੰਟ ਜਸਟੀਫਾਈ ਹੋ ਗਿਆ ਵੀ ਇੰਟਰਸੈਕਸ਼ਨ ਆਫ ਟੂ ਇਕੁਅਲੈਂਸ ਰਿਲੇਸ਼ਨਸ ਔਨ ਏ ਸੈਟ ਇਜ਼ ਐਨ ਇਕੁਅਲੈਂਸ ਰਿਲੇਸ਼ਨ। ਠੀਕ ਹੈ, ਡਨ। ਸੋ ਉਸ ਤੋਂ ਬਾਅਦ ਜੇ ਉਸ ਤੋਂ ਨੈਕਸਟ ਪਹਿਲਾ ਪੁਆਇੰਟ ਹੋ ਗਿਆ ਕਵਰ। ਸੋ ਨੈਕਸਟ ਕੁਐਸਚਨ ਹੈ ਵੀ ਵਟ ਅਬਾਊਟ ਦਾ ਯੂਨੀਅਨ R1 ਯੂਨੀਅਨ R2 ਹੋਵੇਗੀ ਕਿ ਨਹੀਂ ਹੋਵੇਗੀ? ਮੈਨੂੰ ਲੱਗਦਾ ਨਹੀਂ ਹੋਊਗੀ। ਦੱਸੋ ਕਿਉਂ ਨਹੀਂ ਹੋਏਗੀ? ਕਿਉਂਕਿ ਜੇ ਤੁਸੀਂ R1 ਯੂਨੀਅਨ R2 ਨੂੰ ਲਾਓਗੇ, ਇੱਕ ਤਾਂ ਪ੍ਰਿੰਸੀਪਲ ਡਾਇਗੋਨਲ ਵਾਲੇ ਐਲੀਮੈਂਟ ਹੀ ਸਾਰੇ ਆ ਗਏ 1 1 2 2 3 3। R1 ਦੇ ਵਿੱਚ ਐਕਸਟਰਾ ਕੀ ਸੀ 1 2 2 1 1 2 2 1 ਐਂਡ R2 'ਚ ਐਕਸਟਰਾ ਕੀ ਸੀ 2 3 3 2। ਓਕੇ, ਇਹ ਹੋ ਗਈ ਯੂਨੀਅਨ। ਹੁਣ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਦੇ ਵਿੱਚ ਆਪਾਂ ਹੁਣ ਇਹਦੇ 'ਚ ਇੱਕ ਇਹਨਾਂ ਦੀ ਯੂਨੀਅਨ ਦੇਖ ਲਓ, ਇਹ 'ਚ ਉਹ ਰੂਲ ਵਾਇਲੇਟ ਹੋਵੇਗਾ 1 2 ਲੈ ਲਓ ਇੱਕ, ਮਤਲਬ ਮੈਂ ਕਲਰ ਚੇਂਜ ਕਰ ਲਾਂ ਥੋੜ੍ਹਾ ਜਿਹਾ, ਆਹ ਲਿਆ ਇੱਕ ਆਹ ਐਲੀਮੈਂਟ ਲੈ ਲਿਆ, ਇੱਕ ਮੈਂ ਐਲੀਮੈਂਟ ਲੈ ਲਿਆ ਆਹ ਵਾਲਾ। ਸੋ 1 2 2 3 ਟ੍ਰਾਂਸਟੀਵਿਟੀ ਅਗਰ ਚੈੱਕ ਕਰਨੀ ਹੋਵੇ ਤਾਂ ਆਹ ਹਟਾਉਣ ਤੋਂ ਬਾਅਦ ਇਹਦੇ ਵਿੱਚ 1 3 ਹੋਣਾ ਚਾਹੀਦਾ, ਬਟ ਅਨਫੋਰਚੂਨੇਟਲੀ 1 3 ਹੈ ਜਿਹੜਾ ਉਹ ਇਹਨਾਂ ਦੀ ਯੂਨੀਅਨ ਵਿੱਚ ਨਹੀਂ ਹੋਏਗਾ। ਸੋ ਯੂਨੀਅਨ ਆਫ ਟੂ ਇਕੁਅਲੈਂਸ ਰਿਲੇਸ਼ਨ ਨੀਡ ਨਾਟ ਬੀ ਇਕੁਅਲੈਂਸ ਰਿਲੇਸ਼ਨ, ਯਾਦ ਕਰ ਲਿਓ। ਤਾਂ ਉਸ ਤੋਂ ਬਾਅਦ ਇਨਵਰਸ ਆਫ ਇਕੁਅਲੈਂਸ ਰਿਲੇਸ਼ਨ ਹੋਣੇ ਸੈਟ ਇਜ਼ ਆਲਸੋ ਇਨ ਇਕੁਅਲ ਰਿਲੇਸ਼ਨ, ਇਹ ਇੰਪੋਰਟੈਂਟ ਹੈ। ਕੋਈ ਵੀ ਇਕੁਅਲੈਂਸ ਰਿਲੇਸ਼ਨ ਲੈ ਲਓ, ਆਹੀ ਜਿਹੜਾ ਪਾਰ ਮੰਨ ਲਿਆ ਇਹਦੇ ਸਾਰੇ ਫਲਿੱਪ ਕਰ ਦਿਓ, ਉਹ ਵੀ ਇਕੁਅਲੈਂਸ ਰਿਲੇਸ਼ਨ ਲੈ ਜੂ, ਤਿੰਨੇ ਦੀਆਂ ਤਿੰਨੇ ਪ੍ਰੋਪਰਟੀਆਂ ਸੈਟਿਸਫਾਈ ਕਰੂਗਾ। ਉਸ ਤੋਂ ਬਾਅਦ ਰਿਲੇਸ਼ਨ ਆਰ ਹੋਣੇ ਸੈਟ ਇਜ਼ ਸਿਮੈਟ੍ਰਿਕ, ਆ ਬਹੁਤ ਇੰਪੋਰਟੈਂਟ ਹੈ, ਯਾਦ ਰੱਖ ਲਿਓ, ਕਈ ਵਾਰੀ ਪੇਪਰ 'ਚ ਪੁੱਛ ਲੈਂਦਾ। ਅਗਰ ਕੋਈ ਰਿਲੇਸ਼ਨ ਸਿਮੈਟ੍ਰਿਕ ਹੈ ਤਾਂ ਆਰ ਅਤੇ ਉਹਦਾ ਇਨਵਰਸ ਹੈ ਜਿਹੜਾ ਦੋਨੇ ਇਕੁਅਲ ਹੋਣਗੇ। ਪ੍ਰੈਕਟੀਕਲੀ ਕਰਕੇ ਦੇਖ ਲਿਓ ਜੀ, ਤੁਹਾਨੂੰ ਪਤਾ ਲੱਗ ਜਾਣਾ। ਉਸ ਤੋਂ ਬਾਅਦ ਇੱਕ ਟੌਪਿਕ ਉਹਦੇ ਵਿੱਚ ਇਕੁਅਲੈਂਸ ਕਲਾਸ ਦਾ ਵੀ ਹੈਗਾ। ਇਕੁਅਲੈਂਸ ਕਲਾਸ ਦੇ ਵਿੱਚ ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਵੀ ਸਪੋਜ਼ ਕਰੋ ਵੀ ਤੁਹਾਡੇ ਕੋਲ ਕੋਈ ਸੈੱਟ ਹੈਗਾ, ਨੋਨ ਐਮਪਟੀ ਹੈਗਾ, ਅਤੇ ਉਹਦੇ 'ਤੇ ਇੱਕ ਵੇਵ ਜਾਂ ਵਹੀਕਲ ਕਹਿ ਦਿੰਦੇ ਹਨ ਇਜ਼ ਐਨ ਇਕੁਵਲੈਂਸ ਰਿਲੇਸ਼ਨ ਔਨ ਆਰ। ਤਾਂ ਅਸੀਂ ਕਲਾਸ ਡਿਫਾਈਨ ਕਰਦੇ ਹਾਂ। ਕਲਾਸ ਡਿਫਾਈਨ ਕਿਵੇਂ ਕਰਦੇ ਹਾਂ? ਨੋਟੇਸ਼ਨ ਉੱਥੇ ਲਿਖੀ ਵੀ ਹੋਈ ਹੈ। ਇਹਦੇ ਵਿੱਚ ਉਹ ਐਲੀਮੈਂਟਸ ਲੈਂਦੇ ਆ ਏ ਦੇ ਜਿਹੜੇ ਏ ਨਾਲ ਰਿਲੇਟਡ ਹੁੰਦੇ ਆ। ਸੋ ਇਹਦੀ ਥੋੜ੍ਹੀ ਜਿਹੀ ਆਪਾਂ ਐਗਜ਼ਾਮਪਲ ਇੱਦਾਂ ਲੈਂਦੇ ਹਾਂ। ਆਪਾਂ ਇੱਕ ਤੁਹਾਡੇ ਕੋਲ ਈ ਸੈੱਟ ਲਿਆ ਸੀਗਾ, ਸੈੱਟ ਆਫ ਆਲ ਸਟੇਟ ਲਾਈਨਸ, ਅਤੇ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਰਿਲੇਸ਼ਨ ਆਰ ਲੈ ਲਓ ਜਿਹਦੇ ਵਿੱਚ ਅਸੀਂ ਲਾਈਨਸ ਲੈਣੀਆਂ L1 L2। ਤਾਂ ਉਹ ਲਾਈਨਸ ਕਿੱਦਾਂ ਲੈਣੀਆਂ? ਪੈਰਲਰ। ਆਪਾਂ ਪ੍ਰੂਵ ਕਰਕੇ ਆਏ ਸੀ ਵੀ ਇਹ ਜਿਹੜਾ ਰਿਲੇਸ਼ਨ ਹੈਗਾ ਕਿਹੜਾ ਹੈਗਾ? ਇਕੁਅਲੈਂਸ ਰਿਲੇਸ਼ਨ ਆ। ਸੋ ਇਕੁਅਲੈਂਸ ਕਲਾਸ ਲਈ ਗੱਲ ਸਾਡੀ ਸਾਰੀਆਂ ਕੰਡੀਸ਼ਨਸ ਪੂਰੀਆਂ ਹੋ ਗਈਆਂ ਵੀ ਅਸੀਂ ਕਿਵੇਂ ਡਿਫਾਈਨ ਕਰਨੀ। ਹੁਣ ਤੁਸੀਂ ਦੇਖੋ ਵੀ ਪਲੇਨ ਦੇ ਵਿੱਚ ਬਹੁਤ ਸਾਰੀਆਂ ਲਾਈਨਸ ਹੈ। ਜਦੋਂ ਤੁਸੀਂ ਇੱਕ ਲਾਈਨ ਚੱਕ ਲਈ ਨਾ ਤਾਂ ਉਹਦੇ 'ਚ ਜਿੰਨੀਆਂ ਵੀ ਪੈਰਲਲ ਲਾਈਨਸ ਆ ਉਹ ਸਾਰੀਆਂ ਲੈ ਲੈਣੀਆਂ। ਸੋ ਇੱਕ ਲਾਈਨ ਚੱਕੀ ਤਾਂ ਉਸ ਦੀ ਕਲਾਸ ਵਿੱਚ ਕਿਹੜੇ ਐਲੀਮੈਂਟ ਆ ਗਏ? ਉਹ ਸਾਰੀਆਂ ਸਟੇਟ ਲਾਈਨਸ ਜਿਹੜੀਆਂ ਉਹਦੇ ਪੈਰਲਰ ਹੈ। ਦੂਜੀ ਲਾਈਨ ਚੱਕੀ, ਉਹ ਸਾਰੀਆਂ ਸਟੇਟ ਲਾਈਨਸ ਜਿਹੜੀਆਂ ਉਹਦੇ ਪੈਰਲਰ ਹੈ। ਸੋ ਨੈਚੁਰਲੀ ਹੈ ਵੀ ਉਹਦੀ ਪਹਿਲੀ ਪ੍ਰੋਪਰਟੀ ਹੈ ਵੀ ਕੋਈ ਵੀ ਕਿਸੇ ਵੀ ਲਾਈਨ, ਮੰਨ ਲਓ ਮੈਂ ਇੱਕ ਲਾਈਨ ਲੈ ਲਈ, ਮੰਨ ਲਓ L1, ਉਹਦੀ ਕਲਾਸ ਨੋਨ ਐਮਪਟੀ ਹੋਊਗੀ। ਨੋਨ ਐਮਪਟੀ ਕਿਉਂ ਹੋਊਗੀ? ਵੀ ਕਿਉਂਕਿ ਹਰੇਕ ਲਾਈਨ ਆਪਦੇ ਨਾਲ ਤਾਂ ਰਿਲੇਟਡ ਹੈਗੀ ਹੈ ਨਾ। ਜੇ ਆਪਦੇ ਨਾਲ ਰਿਲੇਟਡ ਹੈਗੀ ਆ ਤਾਂ ਕਲਾਸ ਵਿੱਚ ਆਏਗੀ, ਕਿਉਂਕਿ ਕਲਾਸ ਦੀ ਡੈਫੀਨੇਸ਼ਨ ਹੀ ਇਹ ਲਈ ਹੈ ਵੀ ਜਿਹੜੇ ਵੀ ਉਸ ਐਲੀਮੈਂਟ ਨਾਲ ਰਿਲੇਟਡ ਹੈਗੇ ਉਹਦੇ ਵਿੱਚ ਹੋਣਗੇ। ਸੋ ਨੋਨ ਐਮਪਟੀ ਹੋ ਗਈ। ਹੁਣ ਤੁਸੀਂ ਦੇਖੋ ਦੋ ਕਲਾਸਿਸ ਹੈ, ਇੱਕ ਇੱਧਰ ਡਾਇਗਰਾਮ ਬਣਾਈ ਹੋਈ ਹੈ, ਇੱਕ ਹੋਰ ਸਪੋਜ਼ ਕਰੋ ਜਿਹੜੀਆਂ ਲਾਈਨਾਂ ਇਹ ਸਾਰੀਆਂ ਪੈਰਲਲ ਆ, ਇੱਕ ਇੱਦਾਂ ਦੀਆਂ ਪੈਰਲਲ ਲੈ ਲਈਆਂ ਹੈ ਨਾ। ਸਪੋਜ਼ ਕਰੋ ਆਹ ਕਲਾਸ L1 ਨਾਲ ਰਿਲੇਟਡ ਸੀ, ਦੂਜੀ ਕਲਾਸ ਹੈ ਜਿਹੜੀ ਆਹ ਬਲੂ ਵਾਲੀ ਇਹ L2 ਨਾਲ ਰਿਲੇਟਡ ਹੈ। ਤਾਂ ਤੁਸੀਂ ਧਿਆਨ ਨਾਲ ਦੇਖੋ ਵੀ ਇਹਨਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਹੈਗਾ।
क्योंकि ਜਿਹੜੀਆਂ L1 ਦੇ ਵਿੱਚ ਹੈਗੀਆਂ ਉਹ L1 ਵਾਲੀਆਂ ਪੈਰਲਰ ਆ, ਜਿਹੜੀਆਂ L2 ਵਾਲੀਆਂ ਉਹ L2 ਦੇ ਵਿੱਚ ਪੈਰਲਰ ਹੈ। ਸੋ ਸਾਡਾ ਨੈਕਸਟ ਪੁਆਇੰਟ ਆ ਵੀ ਟੂ ਇਕੁਇਵਲੈਂਸ ਕਲਾਸਿਸ ਈਦਰ ਇਕੁਅਲ ਆਰ ਡਿਸਜੁਆਇੰਟ। ਤੇ ਅੱਛਾ ਜੇ ਆਪਾਂ ਸਾਰੀਆਂ ਲਾਈਨਸ ਇੱਕ ਲਾਈਨ ਚੱਕ ਕੇ ਉਹਦੀਆਂ ਸਾਰੀਆਂ ਲਾਈਨਸ ਇਕੱਠੀਆਂ ਕਰ ਲਈਏ, ਕਲਾਸ ਲੈ ਲਈਏ, ਇੱਕ ਹੋਰ ਲਾਈਨ ਚੱਕ ਲਈ ਉਹਦੀ ਕਲਾਸ ਲੈ ਲਈਏ, ਸਾਰੀਆਂ ਕਲਾਸਿਸ ਲੈ ਕੇ ਅਗਰ ਤੁਸੀਂ ਉਹਨਾਂ ਦੀ ਯੂਨੀਅਨ ਲਾਓਗੇ, ਆ ਯੂਨੀਅਨ ਦਾ ਸਿੰਬਲ ਹੈ, ਤੁਸੀਂ ਲਾਓਗੇ ਤਾਂ ਤੁਹਾਡਾ ਪੂਰਾ ਸੈੱਟ ਬਣ ਜਾਂਦਾ। ਜੇ ਮੰਨ ਲਓ ਮੈਂ ਇੱਥੇ ਈ ਸੈੱਟ ਦੀ ਗੱਲ ਕੀਤਾ ਤਾਂ ਈ ਬਣ ਜਾਊਗਾ, ਹੈ ਨਾ। ਸੋ ਇਹ ਥੋੜ੍ਹਾ ਜਿਹਾ ਟੈਕਨੀਕਲ ਕੁਐਸਚਨਸ ਹੈਗੇ ਆ, ਜੇਕਰ ਉਹ ਲੈਵਲ ਆਫ ਡਿਫੀਕਲਟੀ ਚੇਂਜ ਕਰਦਾ। ਵੈਸੇ ਤਾਂ ਸੈਂਪਲ ਪੇਪਰ ਦੇ ਵਿੱਚ ਜਿਹੜੇ ਉਹਨਾਂ ਨੇ ਕੁਐਸਚਨ ਦਿੱਤੇ ਆ ਬੇਟਾ ਜੀ, ਉਹ ਸਾਰੇ ਦੇ ਸਾਰੇ ਹੀ ਇੰਨੇ ਟਫ ਨਹੀਂ ਹੈਗੇ, ਈਜ਼ੀ ਹੈ, ਪਰ ਫਿਰ ਵੀ ਐਗਜ਼ਾਮੀਨਰ ਦਾ ਪਤਾ ਨਹੀਂ ਹੁੰਦਾ, ਸਾਨੂੰ ਹਰ ਸਿਚੁਏਸ਼ਨ ਲਈ ਤਿਆਰ ਰਹਿਣਾ ਚਾਹੀਦਾ। ਸੋ ਮੈਂ ਉਹ ਸਾਰੇ MCQ ਤੁਹਾਨੂੰ ਕਰਵਾ ਰਿਹਾ ਜਿਹੜੇ ਪੋਸੀਬਲੀ ਉਹ ਪੁੱਛ ਸਕਦਾ ਅਗਰ ਉਹ ਲੈਵਲ ਆਫ ਡਿਫੀਕਲਟੀ ਐਗਜ਼ਾਮੀਨਰ ਥੋੜ੍ਹਾ ਜਿਹਾ ਵਧਾਉਂਦਾ ਤਾਂ। ਉਸ ਤੋਂ ਬਾਅਦ ਇੱਕ ਲਾਸਟ ਟੌਪਿਕ ਆ ਵੀ ਇਸ ਤੋਂ ਬਾਹਰ ਨਹੀਂ ਐਗਜ਼ਾਮੀਨਰ ਕੋਲੋਂ ਜਾਇਆ ਜਾਣਾ, ਤਾਂ ਉਹ ਇਹ ਆ ਜਿਹੜੇ ਸਾਡੇ ਨੰਬਰ ਆਫ ਰਿਲੇਸ਼ਨਸ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਸਪੋਜ਼ ਕਰੋ ਵੀ ਕਿਸੇ ਅਗਰ ਸੈੱਟ ਦੇ ਵਿੱਚ ਆਪਾਂ ਇੱਕ ਸੈੱਟ ਲੈ ਲੈਂਦੇ ਹਾਂ A 1 2 3, ਤੁਹਾਨੂੰ ਪੇਪਰ 'ਚ ਪੁੱਛ ਸਕਦਾ ਜੀ ਦੱਸੋ ਵੀ ਇਹਦੇ 'ਤੇ ਟੋਟਲ A 'ਤੇ ਕਿੰਨੇ ਰਿਲੇਸ਼ਨ ਡਿਫਾਈਨ ਕੀਤੇ ਜਾ ਸਕਦੇ ਆ। ਤਾਂ ਸਾਡਾ ਫਾਰਮੂਲਾ ਕੀ ਬਣਨਾ ਸੀਗਾ, 2 3 ਰੇਜ਼ ਟੂ ਪਾਵਰ 7 2 ਰੇਜ਼ ਟੂ ਪਾਵਰ 9 5 1 2 ਇੰਨੇ ਕੀਤੇ ਜਾ ਸਕਦੇ ਆ। ਫਿਰ ਤੁਹਾਨੂੰ ਪੁੱਛ ਸਕਦਾ ਦੱਸੋ ਵੀ ਇਹਨਾਂ 'ਚ ਰਿਫਲੈਕਸਿਵ ਕਿੰਨੇ ਹੋਣਗੇ, ਤਾਂ ਰਿਫਲੈਕਸਿਵ ਕਿੰਨੇ ਹੋਣਗੇ, ਤਾਂ 9 - 3 2 ਰੇਜ਼ ਟੂ ਪਾਵਰ 6 ਰਿਫਲੈਕਸਿਵ ਹੋਣਗੇ। ਤੁਹਾਨੂੰ ਪੁੱਛ ਸਕਦਾ ਵੀ ਸਿਮੈਟ੍ਰਿਕ ਕਿੰਨੇ ਹੋਣਗੇ, 2 ਰੇਜ਼ ਟੂ ਪਾਵਰ 3 × 4/2 2 ਰੇਜ਼ ਟੂ ਪਾਵਰ 6। ਚਲੋ ਇੱਦਾਂ ਵੀ ਇੱਦਾਂ ਬਣ ਗਿਆ। ਐਂਟੀ ਸਿਮੈਟ੍ਰਿਕ ਹੋਣਗੇ, ਇਸੇ ਤਰ੍ਹਾਂ ਇਹਦੇ ਵਿੱਚ ਫਿਲ ਕਰ ਸਕਦੇ ਹੋ। ਟ੍ਰਾਂਸਟਿਵ ਦਾ ਕੋਈ ਫਾਰਮੂਲਾ ਨਹੀਂ ਹੈਗਾ। ਇਕੁਇਵਲੈਂਸ ਰਿਲੇਸ਼ਨ ਦਾ ਫਾਰਮੂਲਾ ਬਹੁਤ ਟਫ ਹੈ, ਬਿਲਸ ਨੰਬਰ ਨਾਲ ਕੱਢਦੇ ਆ, ਬਟ ਮੈਂ ਫਿਰ ਵੀ ਤੁਹਾਨੂੰ ਦੱਸ ਦਿੰਦਾ ਵੀ ਅਗਰ ਕਿਸੇ ਸੈੱਟ ਦੇ ਵਿੱਚ ਨੰਬਰ ਆਫ ਐਲੀਮੈਂਟ ਕਿੰਨੇ ਹੋ ਸਕਦੇ, ਥੋੜ੍ਹੇ ਯਾਦ ਕਰ ਲਓ, 1 2 3 4 5 ਤੱਕ ਯਾਦ ਕਰ ਲਓ, 5 ਹੈ ਨਾ, ਇਸ ਤੋਂ ਅੱਗੇ ਵੀ ਜਾਂਦਾ ਵੈਸੇ ਤਾਂ ਨੰਬਰ ਆਫ ਇਕੁਇਵਲੈਂਸ ਰਿਲੇਸ਼ਨਸ ਕਿੰਨੇ ਹੋਣਗੇ ਤਾਂ ਯਾਦ ਕਰ ਲਿਓ। ਅਗਰ 1 ਆ ਤਾਂ 1 ਹੋਣਗੇ, 2 ਆ ਤਾਂ 2 ਹੋਣਗੇ, 3 ਆ ਤਾਂ 5 ਹੋਣਗੇ, 4 ਆ ਤਾਂ 15 ਹੋਣਗੇ, ਆਹ ਕਈ ਵਾਰੀ ਪੇਪਰ 'ਚ ਪੁੱਛਿਆ, ਅਤੇ 5 ਆ ਤਾਂ ਯਾਦ ਕਰ ਲਿਓ 52। ਬੈਲਸ ਨੰਬਰ ਨਾਲ ਆ, ਵੈਸੇ ਤਾਂ ਬਹੁਤ ਰੇਅਰ ਹੈਗੀ ਆ ਪੋਸੀਬਿਲਿਟੀ ਵੀ ਇੱਦਾਂ ਦਾ ਕੁਐਸਚਨ ਐਗਜ਼ਾਮੀਨਰ ਪੁੱਛੇ, ਪਰ ਕਦੇ ਕਦੇ ਪੁੱਛਿਆ ਹੋਇਆ ਉਹਨਾਂ ਨੇ ਪਹਿਲਾਂ ਵਾਲੇ ਕਿਸੇ ਐਗਜ਼ਾਮ ਦੇ ਵਿੱਚ। ਸੋ ਹੁਣ ਨੈਕਸਟ ਆਪਾਂ ਡਿਸਕਸ ਕਰਾਂਗੇ ਜਿਹੜੇ ਆਪਣੇ ਕੁਐਸਚਨਸ ਹੈਗੇ ਆ ਇੰਪੋਰਟੈਂਟ MCQ। ਇਹਦੇ ਵਿੱਚ ਨਾ ਥੋੜ੍ਹਾ +1 ਵਾਲੇ ਬੇਸ ਵੀ ਕੁਐਸਚਨ ਥੋੜ੍ਹੇ ਜਿਹੇ ਪੁੱਟ ਕੀਤੇ ਆ। ਉਹ ਤਾਂ ਕੀਤੇ ਆ ਕਿਉਂਕਿ ਮੈਂ ਦੇਖਿਆ ਵੀ ਪ੍ਰੋਬੇਬਿਲਿਟੀ ਦੇ ਜਿਹੜੇ ਉਹਨੇ ਕੁਐਸਚਨ ਪੁੱਛੇ ਆ ਸੈਂਪਲ ਪੇਪਰ ਦੇ ਵਿੱਚ, ਉਹ +1 ਲੈਵਲ 'ਤੇ ਜਾ ਕੇ ਉਹਨੇ ਪੁੱਛੇ ਆ। ਸੋ ਮੈਨੂੰ ਇਹ ਲੱਗਦਾ ਵੀ ਥੋੜ੍ਹੇ ਜਿਹੇ ਆਪਾਂ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਸੋ ਬਿਲਕੁਲ ਹੁਣ ਜਿਹੜਾ ਇਹਦਾ ਪਹਿਲਾ ਕੁਐਸਚਨ ਆ ਵੀ ਕਾਰਟੀਸ਼ੀਅਨ ਪ੍ਰੋਡਕਟ A × B ਦੀ ਦਿੱਤੀ ਹੋਈ ਹੈ, ਅਤੇ ਜਸਟ ਐਗਜ਼ਾਮੀਨਰ ਤੁਹਾਡੇ ਕੋਲੋਂ ਪੁੱਛ ਰਿਹਾ ਵੀ ਇਹਦੇ ਵਿੱਚ ਐਲੀਮੈਂਟ ਕਿਹੜੇ ਆ। ਸਾਨੂੰ ਪਤਾ ਵੀ ਇਹਦੇ ਵਿੱਚ ਜਿਹੜੇ ਫਸਟ ਕੰਪੋਨੈਂਟ ਇੱਕ ਹੋ ਗਿਆ ਆਹ ਵਾਲਾ, ਅਤੇ ਉਸ ਤੋਂ ਬਾਅਦ ਆਹ ਹੋ ਗਿਆ, ਹੈ ਨਾ, 2 ਹੀ ਹੋ ਗਏ, ਹੋਰ ਤਾਂ ਕੋਈ ਆਇਆ ਹੀ ਨਹੀਂਗਾ। ਸੋ ਸਾਡਾ ਜਿਹੜਾ ਇਹਦਾ ਆਨਸਰ ਆ ਗਿਆ ਦਿਸ 1 5 8, ਹੈ ਨਾ। ਸੋ ਜੇ A ਪੁੱਛਣਾ ਸੀਗਾ ਤਾਂ ਉਹਦੇ ਵਿੱਚ ਕਿੰਨੇ ਹੋ ਗਿਆ 5 ਐਂਡ 8। ਜੇ ਉਹਨੇ ਐਗਜ਼ਾਮੀਨਰ ਨੇ B ਪੁੱਛਿਆ ਹੁੰਦਾ ਤਾਂ ਫਿਰ ਅਸੀਂ ਕੀ ਦੱਸਣਾ ਸੀ, 5 6 7, ਆਹ ਸੀ 3, ਠੀਕ ਹੈ ਜੀ। ਸੋ ਫਿਰ ਆਨਸਰ ਤੁਹਾਡੀ ਆਪਸ਼ਨ B ਬਣ ਜਾਣੀ ਸੀ। ਸੋ ਕਮ ਟੂ ਦ ਨੈਕਸਟ ਕੁਐਸਚਨ। ਸੋ ਲਓ ਜੀ, ਉਹੀ ਜਿਹੜਾ ਮੈਂ ਹੁਣੇ ਡਿਸਕਸ ਕਰਕੇ ਹਟਿਆ ਵੀ A ਸੈਟ ਆਫ 1 2 3 ਦਾ ਟੋਟਲ ਨੰਬਰ ਆਫ ਡਿਸਟਿੰਕਟ ਰਿਲੇਸ਼ਨਸ ਦੈਟ ਕੈਨ ਬੀ ਡਿਫਾਈਨਡ ਓਵਰ A, ਉਹ ਕਿੰਨੇ ਹੋਣੇ ਸੀਗੇ, ਉਹੀ ਫਿਰ 2 ਰੇਜ਼ ਟੂ ਪਾਵਰ 3 ਰੇਜ਼ ਟੂ ਪਾਵਰ, ਕਿਉਂਕਿ ਨੰਬਰ ਆਫ ਐਲੀਮੈਂਟਸ ਯਾਨੀ ਕਿ ਕਿੰਨੇ ਆ 3, ਸੋ 2 ਰੇਜ਼ ਟੂ ਪਾਵਰ 9 of 5 1 2 5 12. So your answer is D. So next question is, if the set A has the P elements and the set has the Q elements, then the total number of elements in A cross B, ਤਾਂ A cross B ਦੇ ਵਿੱਚ ਕਿੰਨੇ ਐਲੀਮੈਂਟ ਤੁਹਾਨੂੰ ਸੀਗਾ, number of elements in A into number of elements in B, what I mean P into Q, ਸੋ PQ। ਸੋ ਤੁਹਾਡਾ ਕਰੈਕਟ ਆਨਸਰ ਕੀ ਆ ਗਿਆ ਇਹਦੇ ਵਿੱਚ ਬੇਟਾ C। ਤਾਂ D ਆਪਸ਼ਨ ਕੀ ਸੀ ਅਗਰ ਉਹ ਤੁਹਾਡੇ ਕੋਲੋਂ ਪੁੱਛਦਾ ਟੋਟਲ ਨੰਬਰ ਆਫ ਰਿਲੇਸ਼ਨਸ। ਸੋ ਕਮ ਟੂ ਦ ਨੈਕਸਟ ਕੁਐਸਚਨ। ਸੋ ਨੈਕਸਟ ਕੁਐਸਚਨ ਦੇ ਵਿੱਚ ਕੀ ਆ, ਉਹੀ ਦ ਨੰਬਰ ਆਫ ਸਬਸੈਟਸ ਆਫ A cross B। ਸੋ ਪਹਿਲਾਂ ਤਾਂ ਨੰਬਰ ਆਫ ਐਲੀਮੈਂਟਸ ਇਨ A cross B ਦੇਖੀਏ, ਉਹੀ ਨੰਬਰ ਆਫ ਐਲੀਮੈਂਟਸ ਇਨ A into number of elements in B, ਉਹ ਕਿੰਨੇ ਆ 2 into 2 4। ਤਾਂ ਟੋਟਲ ਨੰਬਰ ਆਫ ਸਬਸੈਟਸ ਦਾ ਫਾਰਮੂਲਾ ਕੀ ਸੀਗਾ ਫਿਰ 2 raised to power 4, ਸੋ 4 into 4 16। ਸੋ ਤੁਹਾਡਾ ਆਨਸਰ ਕੀ ਆ ਗਿਆ ਇੱਥੇ C। ਇੱਕ ਦੋ ਕੁਐਸਚਨ ਜਾਣਬੁੱਝ ਕੇ ਬੇਟਾ ਮੈਂ ਨਾ ਸਟੇਟਮੈਂਟ ਬੇਸਡ ਪਾਏ ਹੋਏ ਆ, ਹਾਲਾਂਕਿ ਸੈਂਪਲ ਪੇਪਰ 'ਚ ਇੱਦਾਂ ਦੇ ਕੁਐਸਚਨ ਨਹੀਂ ਹੈਗੇ, ਬਟ CBSE ਨੇ ਇੱਦਾਂ ਦੇ ਪਾਏ ਆ, ਤਾਂ ਕਈ ਵਾਰੀ ਇਹ CBSE ਨੂੰ ਫਾਲੋ ਕਰਦੇ ਆ, ਤਾਂ ਇਹ ਵੀ ਸਾਨੂੰ ਦੇਖਣਾ ਪਊਗਾ। ਸੋ
स्टेटमेंट ये दिखता होंगे भी 2 स्टेटमेंट्स दित्तियां होंदियां, कई बार 3 भी दे दिंदा, पर पॉसीबली 2 ही देऊगा भी दोनों ट्रू है, दोनों फॉल्स है, या एक ट्रू एक फॉल्स, ये देखना होंगे। तो पहली स्टेटमेंट है इफ आर इज़ द रिलेशन फ्रॉम सैट ए टू सैट बी दैन डोमेन ऑफ आर द सैट इज़ ए। नहीं जी, ये गल गलत है। जी डोमेन होंगी है वो ए का इक्वल भी हो सकती है, वह सबसैट भी हो सकती है, बट ये तो श्योर कर रहा है भी इक्वल ही है, नहीं, सो स्टेटमेंट गलत है। द सैट ऑफ ऑल सैकंड एलिमेंट्स इन रिलेशन आर फ्रॉम ए सैट ए टू द सैट बी इज़ कॉल्ड द कोडोमेन ऑफ द आर। ये भी गलत है जी, बिकॉज जी साड़ी रेंज होंगी वो रेंज होंगी है ना, सैकंड एलीमेंट सारे रेंज होंगे है, एंड रेंज इज सबसैट ऑफ कोडोमेन, इक्वल भी हो सकती है, पर ऑफकोर्स सबसैट तो होंगी है ना। सो ये स्टेटमेंट भी गलत है जी। सो यदा मतलब यदा आंसर की बन गया डी, बोथ आर फॉल्स। सो नैक्सट क्वेश्चन है जी 1 2 3 बी ਦੇ ਵਿੱਚ 4 ਐਂਡ 5 ਦਿੱਤੇ ਹੋਏ ਆ। ਸਟੇਟਮੈਂਟ 1 ਹੈ A क्रॉस B ਐਂਡ B क्रॉस A, ਬਿਲਕੁਲ ਗਲਤ ਆ ਜੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਜਿਹੜੀ ਕਾਰਟੀਸ਼ੀਅਨ ਪ੍ਰੋਡਕਟ ਹੁੰਦੀ ਆ ਉਹ ਕਮੂਟੇਟਿਵ ਨਹੀਂ ਹੁੰਦੀ ਗੀ, ਸੋ ਇਹ ਸਟੇਟਮੈਂਟ ਗਲਤ ਹੈ। ਸੈਕੰਡ ਸਟੇਟਮੈਂਟ ਦੇ ਵਿੱਚ ਇਹ ਇਕੁਅਲ ਹੈ ਬਿਕੋਜ਼ ਮਲਟੀਪਲੀਕੇਸ਼ਨ ਇਜ਼ ਕਮੂਟੇਟਿਵ। ਨੰਬਰ ਆਫ ਮਤਲਬ 2 ਇੰਟੂ 3 ਵੀ 6 ਹੁੰਦੇ ਆ, 3 ਇੰਟੂ 2 ਵੀ 6 ਹੁੰਦੇ ਆ, ਸੋ ਸਾਡੀ ਜਿਹੜੀ ਸਟੇਟਮੈਂਟ 2 ਆ ਜਿਹੜੀ ਉਹ ਕਰੈਕਟ ਆ। ਸੋ B ਇਜ਼ 2, ਇਹਦਾ ਆਂਸਰ ਕਿੰਨਾ ਹੋ ਗਿਆ ਜੀ, B ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜੀ, ਹੁਣ ਆ ਤੁਹਾਡੀ ਐਕਸਰਸਾਈਜ਼ NCERT ਦਿੱਤਾ ਹੋਇਆ, ਇਹ ਮੋਸਟ ਇੰਪੋਰਟੈਂਟ ਚੱਲ ਪਿਆ ਹੁਣ, ਇਹ ਧਿਆਨ ਨਾਲ ਦਿਓ ਜੀ। ਇੱਕ ਰਿਲੇਸ਼ਨ ਆ, ਸੈਟ ਨੰਬਰ ਨੈਚੁਰਲ ਨੰਬਰ ਨੂੰ ਬਿਲੋਂਗ ਕਰਦੇ ਆ, ਅਤੇ ਤੁਹਾਡੇ ਕੋਲ A ਅਤੇ B ਦਾ ਡਿਫਰੈਂਸ 5 ਆ, ਅਤੇ ਅਫਕੋਰਸ A ਇਜ਼ ਬਿਗਰ ਦੈਨ 7 ਹੈ ਨਾ। ਪਹਿਲਾਂ ਤਾਂ ਜਿਹੜੇ ਤੁਹਾਨੂੰ 4 ਆਪਸ਼ਨਾਂ ਦਿੱਤੀਆਂ ਇਹਦੇ ਵਿੱਚ ਇਹ ਦੇਖਣਾ ਵੀ ਇਹਨਾਂ 'ਚ ਡਿਫਰੈਂਸ 5 ਕਿਹਦਾ ਹੈ, ਕਿਉਂਕਿ ਸਟੇਟਮੈਂਟ 'ਚ ਦੇਖੋ ਡਿਫਰੈਂਸ A ਮੀਨਸ B ਦਾ 5 ਹੈ। ਸੋ B ਅਤੇ डी ये ऑप्शन तो पहले एलिमीनेट हो गया, ठीक है। सो ए तो सी दे विच हैगा, बट नाल उन्हें एक रिस्ट्रिक्शन लाई हुई है ए शुड बी ग्रेटर दैन 7, पर इत्थे ए ऑप्शन दे विच की है ए तुहाडा 7 दिता होया, सो ए ऑप्शन भी उड़ गई। सो तुहाडा आंसर कितना हो गया सी। इस तरह के करके ना एलिमीनेशन मैथड भी वधिया रहिंदा, असीं इहदे नाल भी कर लैंदे आ। सो नैक्सट क्वेश्चन इज़ ਆਪਾਂ ਮੈਂ ਇੱਕ ਟੇਬਲ ਬਣਾ ਕੇ ਦੱਸਿਆ ਸੀ ਵੀ ਫਾਈ ਕੀ ਹੈਗਾ। ਫਾਈ ਅਫਕੋਰਸ ਸਿਮੈਟ੍ਰਿਕ ਹੈਗਾ ਕਿਉਂਕਿ ਕੰਟਰਾਡਿਕਟ ਕਰਨ ਨੂੰ ਕੁਛ ਨਹੀਂ ਹੈਗਾ ਗਾ, ਟ੍ਰਾਂਸਟਿਵ ਹੈਗਾ ਕਿਉਂਕਿ ਕੰਟਰਾਡਿਕਟ ਕਰਨ ਨੂੰ ਕੁਛ ਨਹੀਂ ਹੈਗਾ ਗਾ, ਐਂਟੀ ਸਿਮੈਟ੍ਰਿਕ ਬਿਲਕੁਲ ਹੈਗਾ ਕਿਉਂਕਿ ਕੰਟਰਾਡਿਕਟ ਕਰਨ ਨੂੰ ਕੁਛ ਨਹੀਂ ਹੈਗਾ ਗਾ, ਤਾਂ ਰਿਫਲੈਕਸਿਵ ਨਹੀਂ ਹੈਗਾ ਗਾ ਜੀ। ਇਹ ਰਿਫਲੈਕਸਿਵ ਨਹੀਂ ਹੈਗਾ ਗਾ ਰਿਲੇਸ਼ਨ। ਕਿਉਂ ਨਹੀਂ ਰਿਫਲੈਕਸਿਵ ਹੈਗਾ, ਕਿਉਂਕਿ ਪ੍ਰਿੰਸੀਪਲ ਡਾਇਗੋਨਲ ਨਹੀਂ ਉਹਦੇ 'ਚ ਹੈਗਾ। ਸੋ 3 ਸਹੀ ਹੈ, एक गलत है। सो आवर आंसर इज डी, ऑड मैन आउट। ये ऑड मैन आउट वाले क्वेश्चन भी देख लो बेटा, कई बार की होंगे भी वो तुहानूं 4 उन्होंने 3 सही होंगे, 1 गलत होंगे, या 3 गलत होंगे 1 सही होंगे, है ना। सो ऑड मैन आउट का मतलब यही होंगे, ये तुहानूं बड़े केयरफुली देखने पैने हैं। उस तो बाद नैक्सट क्वेश्चन बिल्कुल तुहाडी NCERT दे विचों रिलेशन किहड़ा दिता परपेंडिकुलर का। परपेंडिकुलर बारे बेटा आपां 3 गल्लां करके आए सी, एक रिफ्लैक्सिविटी सी, एक सिमिट्री सी, तो उस तो बाद एक सी ट्रांसटिविटी। ट्रांसटिविटी भी बेटा नहीं सीगी, दस्सिया सीगा भी इदां इदां करके पहली तो तीजी पैरलर हो जाणगियां। सिमिट्री बेटा उहदे विच सीगी, ते रिफ्लैक्सिव भी वो नहीं सीगा, हरेक लाइन आपदे पैरलर हुंदी है। सो पार्शल ऑर्डर रिलेशन की तो गल ही उड़ गई, इक्वलेंस की भी उड़ गई। सो ट्रांसटिव भी नहीं हैगा, सो इक्को ही ऑप्शन सर्वाइव करदी है, दैट इज सी, बाकी सारियां एलिमीनेट हो गई। सो सेम क्वेश्चन बेटा हुण उन्हें एग्जामिनर ਜਿਹੜਾ ਪੁੱਛਿਆ ਮੈਂ ਤੁਹਾਡੇ ਕੋਲੋਂ, ਦੈਟ ਇਜ਼ ਪੈਰਲਰ ਦਾ। L1 ਇਜ਼ ਪੈਰਲਰ ਟੂ, ਇਫ L1 ਇਜ਼ ਰਿਲੇਟਡ ਟੂ L2 ਇਫ ਐਂਡ ਓਨਲੀ ਇਫ L1 ਇਜ਼ ਪੈਰਲਰ ਟੂ। ਹੁਣ ਦੇਖੋ ਇਹ ਰਿਲੇਸ਼ਨ ਕੀ ਹੈ, ਤੁਹਾਨੂੰ ਦੱਸਿਆ ਸੀ ਵੀ ਇਹ ਤਿੰਨੇ ਪ੍ਰੋਪਰਟੀਜ਼ ਨੂੰ ਲਾਗੂ ਕਰਦਾ, ਰਿਫਲੈਕਸਿਵਿਟੀ ਵੀ ਹੈ, ਸਿਮਿਟਰੀ ਵੀ ਹੈ, ਟ੍ਰਾਂਸਟਿਵਿਟੀ ਵੀ ਹੈ। ਤਾਂ ਇਹਦਾ ਮਤਲਬ ਕੀ ਹੈ ਵੀ ਇਸ ਤਿੰਨੇ ਕਰ ਗਿਆ ਤਾਂ ਸਾਡਾ ਰਿਲੇਸ਼ਨ ਕਿਹੜਾ, ਇਕੁਇਲੈਂਸ ਰਿਲੇਸ਼ਨ ਹੈਗਾ ਸੀ। ਉਸ ਤੋਂ ਬਾਅਦ ਜੇ ਤੁਸੀਂ ਹੋਰ ਅੱਗੇ ਜਾਓਗੇ, ਕਿਹੜਾ ਹੈਗਾ ਲੈਸ ਦੈਨ ਇਕੁਅਲ ਟੂ ਰਿਲੇਸ਼ਨ, ਹੁਣੇ ਉੱਪਰ ਡਿਸਕਸ ਕਰਕੇ ਆਏ ਹਾਂ। ਤਾਂ ਇਹ ਰਿਲੇਸ਼ਨ ਆਪਣਾ ਬੇਟਾ ਜੀ ਕਿਹੜਾ ਹੈਗਾ, ਇਹ ਪਾਰਸ਼ਲ ਆਰਡਰ ਰਿਲੇਸ਼ਨ ਹੈ ਜੀ। उस तो बाद लैस दैन 1/2 है। सो हाँ जी, हुण तुसीं इस देखो कोई भी नंबर तुसीं लाओगे उहदा डिफरेंस है जिहड़ा वो 0 आ गया है ना, एंड 0 इज ऑफ कोर्स लैस दैन 1/2। सो ये रिफ्लैक्सिव जे आपां 3 गल्लां करिए, रिफ्लैक्सिविटी, सिमिट्री ते ट्रांसटिविटी। सो रिफ्लैक्सिविटी तो आ गई। हुण तुसीं देखो सपोज करो मैं ले लिया नंबर 2 - 1, कोई नहीं सॉरी 2 - 1 नहीं लेने, कुछ होर नंबर लेने। सपोज करो कि अगर 2 नंबरों का डिफरेंस 1/2 है, मॉडुलस दे विच तां कोई फर्क ही नहीं पैंदा, B - A दा डिस्टेंस भी 1/2 है। सो सिमिट्री भी आ गई है ना। ट्रांसटिविटी किते ऑप्शनां विच दित्ती नहीं हुई, तुसीं इदों चैक कर सकते हो अपना
ਉਹਦੇ ਵਿੱਚ ਕਮੈਂਟਸ ਦੇ ਵਿੱਚ ਜਾ ਕੇ ਵੀ ਇਹ ਟ੍ਰਾਂਸਟਿਵ ਹੈਗਾ ਕਿ ਨਹੀਂ ਹੈਗਾ ਗਾ। ਸੋ ਫਿਲਹਾਲ ਇਹ ਰਿਫਲੈਕਸਿਵ ਵੀ ਸੀਗਾ ਅਤੇ ਸਿਮੈਟ੍ਰਿਕ ਵੀ ਸੀਗਾ। ਸੋ ਇਹਦਾ ਆਨਸਰ ਕਿੰਨਾ ਹੋ ਗਿਆ? ਇਹ ਹੋ ਗਿਆ। ਹਾਂਜੀ ਨੈਕਸਟ ਆ ਜਾਓ ਜੀ। ਡਾਇਰੈਕਟ ਹੀ ਰਿਜ਼ਲਟ ਆ ਜੀ। ਅਗਰ ਰਿਲੇਸ਼ਨ ਔਰ ਸੈਟ ਇਜ਼ ਸਿਮੈਟ੍ਰਿਕ ਦੈਨ ਰਿਜ਼ਲਟ ਆਰ ਇਨਵਰਸ ਆਰ ਦੇ ਇਕੁਅਲ ਹੋ ਗਿਆ। ਜੇ ਇਕੁਅਲ ਹੋ ਗਿਆ ਆਰ ਸਿਮੈਟ੍ਰਿਕ ਸੀ ਤਾਂ ਆਰ ਇਨਵਰਸ ਵੀ ਸਿਮੈਟ੍ਰਿਕ ਹੋ ਗਿਆ। ਸੋ ਬੋਥ ਸਟੇਟਮੈਂਟਸ ਆਰ ਟਰੂ। ਉਸ ਤੋਂ ਬਾਅਦ ਕੰਗੂਰੈਂਟ ਹੈ ਜੀ। ਲੋਅਰ ਕਲਾਸਿਸ 'ਚ ਤੁਸੀਂ ਕਰਕੇ ਹੋ ਹਰੇਕ ਟ੍ਰਾਇੰਗਲ ਆਪਣੇ ਕੰਗੂਰੈਂਟ ਹੁੰਦੀ ਹੈ। ਜੇ ਪਹਿਲੀ ਦੂਜੀ ਦੇ ਕੰਗੂਰੈਂਟ ਆ ਤਾਂ ਦੂਜੀ ਪਹਿਲੀ ਦੇ ਹੋਊਗੀ। ਸੋ ਸਾਰੀਆਂ ਪ੍ਰੋਪਰਟੀਜ਼ ਇਹਦੇ ਵਿੱਚ ਜਿਹੜੀਆਂ ਲੱਗ ਗਈਆਂ ਇਕੁਅਲੈਂਸ ਰਿਲੇਸ਼ਨ ਹੋ ਗਿਆ ਬੇਟਾ। ਸੋ ਨੈਕਸਟ ਬਹੁਤ ਇੰਟਰਸਟਿੰਗ ਹੈ। ਸੋ ਰਿਫਲੈਕਸੀਵਿਟੀ, ਸਿਮੈਟਰੀ, ਟ੍ਰਾਂਸਟਿਵਿਟੀ। ਸੋ ਪਹਿਲਾਂ ਦੱਸੋ ਵੀ ਇਹਦੇ ਵਿੱਚ ਤੁਸੀਂ ਬੇਟਾ ਰਿਫਲੈਕਸੀਵਿਟੀ ਆ ਗਈ। ਅਫਕੋਰਸ ਰਿਫਲੈਕਸੀਵਿਟੀ ਰਿਫਲੈਕਸਿਵ ਹੋ ਗਿਆ। ਪ੍ਰਿੰਸੀਪਲ ਡਾਇਗਨਲ ਸਾਰਾ ਦਾ ਸਾਰਾ ਹੀ ਆ ਗਿਆ। ਸੋ ਰਿਫਲੈਕਸਿਵ ਹੈਗੀ ਹੈ ਇਹ। ਸੋ 1 2 ਦਾ ਉਲਟ ਕੀ ਹੋਣਾ ਸੀਗਾ? 2 1। ਕਿਉ ਇਹਦੇ ਵਿੱਚ ਹੈਗਾ? ਨਹੀਂ ਹੈਗਾ। ਸੋ ਸਿਮੈਟ੍ਰਿਕ ਨਹੀਂ ਹੈਗਾ ਗਾ। ਸੋ ਟ੍ਰਾਂਸਟਿਵਿਟੀ ਚੈੱਕ ਕਰਨ ਤੋਂ ਪਹਿਲਾਂ ਰਿਫਲੈਕਸਿਵ ਓਨਲੀ ਵਾਲੀ ਆਪਸ਼ਨ, ਬੋਥ ਰਿਫਲੈਕਸਿਵ ਐਂਡ ਟ੍ਰਾਂਸਟਿਵ, ਅਤੇ ਇਕੁਅਲੈਂਸ ਰਿਲੇਸ਼ਨ ਐਂਡ ਨਨ ਆਫ ਦੀਜ਼। ਸੋ ਇਕੁਅਲੈਂਸ ਰਿਲੇਸ਼ਨ ਵਾਲੀ ਤਾਂ ਕੰਡੀਸ਼ਨ ਉੱਡ ਗਈ ਬਿਕੋਜ਼ ਇਹਦੇ ਵਿੱਚ ਸਿਮੈਟਰੀ ਨਹੀਂ ਹੈਗੀ। ਉਸ ਤੋਂ ਬਾਅਦ ਤੁਸੀਂ ਆਓਗੇ ਇਹਦੇ 'ਤੇ ਟ੍ਰਾਂਸਟਿਵਿਟੀ 'ਤੇ, ਤਾਂ 1 2 ਐਂਡ 2 3, 2 2 ਵਿੱਚੋਂ ਕੈਂਸਲ, 1 3 ਇਹਦੇ ਵਿੱਚ ਹੈਗਾ ਨਹੀਂ ਹੈਗਾ ਗਾ। ਸੋ ਟ੍ਰਾਂਸਟਿਵਿਟੀ ਵੀ ਉੱਡ ਗਈ। ਸੋ ਇਹ ਕੀ ਹੋ ਗਿਆ ਬੇਟਾ? ਇਹ ਇਕੱਲਾ ਰਿਫਲੈਕਸਿਵ ਤੁਹਾਡਾ ਰਿਲੇਸ਼ਨ ਹੈਗਾ ਇਹ। ਸੋ ਨੈਕਸਟ ਆਓ ਬੇਟਾ। ਹਾਂ ਬਹੁਤ ਇੰਟਰਸਟਿੰਗ। ਆਹ ਰਿਲੇਸ਼ਨ ਕੀ ਹੈ ਬੇਟਾ? ਅਫਕੋਰਸ ਰਿਫਲੈਕਸੀਵਿਟੀ ਨਹੀਂ ਹੈਗੀ ਗੀ। ਸਿਮੈਟਰੀ ਅਤੇ ਟ੍ਰਾਂਸਟਿਵਿਟੀ। ਰਿਫਲੈਕਸੀਵਿਟੀ ਕਿਉਂ ਨਹੀਂ ਹੈਗੀ? ਪ੍ਰਿੰਸੀਪਲ ਡਾਇਗਨਲ ਨਹੀਂ ਹੈਗਾ ਗਾ। ਸਿਮੈਟਰੀ 1 2 ਦਾ ਉਲਟ 2 1 ਹੈਗਾ, ਸਿਮੈਟਰੀ ਹੈਗੀ ਹੈ। ਸੋ ਵਾਟ ਅਬਾਊਟ ਟ੍ਰਾਂਸਟਿਵਿਟੀ? ਟ੍ਰਾਂਸਟਿਵਿਟੀ 1 2 2 1, 2 2 ਵਿੱਚੋਂ ਨਿਕਲ ਗਿਆ, 1 1 ਇਹਦੇ ਵਿੱਚ ਨਹੀਂ ਹੈਗਾ, ਟ੍ਰਾਂਸਟਿਵਿਟੀ ਨਹੀਂ ਹੈਗੀ। ਸੋ ਸਿਮੈਟ੍ਰਿਕ ਓਨਲੀ। ਸੋ ਨੈਕਸਟ ਕੁਐਸਚਨ ਮੈਂ ਜਦੋਂ ਉੱਪਰ ਕਰਵਾ ਰਿਹਾ ਸੀ ਤਾਂ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਦੇਖਣ 'ਚ ਇਹ ਰਿਲੇਸ਼ਨ ਹੈ ਜਿਹੜਾ ਅਫਕੋਰਸ ਸਿਮੈਟ੍ਰਿਕ ਤਾਂ ਹੈਗਾ ਹੀ ਹੈਗਾ 1 2 2 1। ਗੱਲ ਸੀ ਟ੍ਰਾਂਸਟਿਵਿਟੀ, ਰਿਫਲੈਕਸਿਵ ਨਹੀਂ ਹੈਗਾ ਗਾ ਕਿਉਂਕਿ ਪ੍ਰਿੰਸੀਪਲ ਡਾਇਗਨਲ ਨਹੀਂ ਹੈਗਾ ਗਾ। ਸੋ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਇੱਥੋਂ ਦੇਖ ਕੇ ਐਂ ਨਹੀਂ ਕਹਿ ਦੇਣਾ ਵੀ 2 2 ਕੈਂਸਲ ਹੋ ਗਿਆ ਜਾਂ ਆਪਰੇਟ ਹੋ ਗਿਆ, ਤਾਂ 2 2 ਕੈਂਸਲ ਹੋ ਗਿਆ ਤਾਂ 1 1 ਰਹਿ ਗਿਆ ਪਿੱਛੇ। ਤੁਸੀਂ ਇੱਦਾਂ ਵੀ ਇਹਨੂੰ ਦੇਖਣਾ ਫਲਿੱਪ ਕਰਕੇ 2 1 1 2। ਅਗਰ ਤੁਸੀਂ 1 1 ਵਿੱਚੋਂ ਕੱਢੋਗੇ ਤਾਂ ਬੇਟਾ 2 2 ਵੀ ਤਾਂ ਚਾਹੀਦਾ ਸੀ, ਉਹ ਨਹੀਂ ਹੈਗਾ ਇਹਦੇ ਵਿੱਚ। ਸੋ ਇਹ ਇਕੱਲਾ ਸਿਮੈਟ੍ਰਿਕ ਹੈਗਾ, ਟ੍ਰਾਂਸਟਿਵ ਨਹੀਂ ਹੈਗਾ ਗਾ ਇਹ। ਠੀਕ ਹੈ, ਇਕੁਅਲੈਂਸ ਰਿਲੇਸ਼ਨ ਦਾ ਤਾਂ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਪਹਿਲੀ ਆਪਸ਼ਨ ਹੀ ਲੱਗ ਗਈ ਉੱਤੇ, ਸਿਮੈਟ੍ਰਿਕ ਓਨਲੀ। ਉਸ ਤੋਂ ਬਾਅਦ 2 ਡਿਵਾਈਡਸ A ਮਾਈਨਸ B। ਸੋ ਬੇਟਾ ਪਹਿਲੀ ਗੱਲ ਤਾਂ ਇਹ ਵੀ ਕੋਈ ਵੀ ਨੰਬਰ ਹੈ ਜਦੋਂ A ਰਿਲੇਟਡ ਟੂ A ਕਦੋਂ ਹੋਊਗਾ? ਇਫ 2 ਡਿਵਾਈਡਸ, ਅਮਰ ਡਿਵਾਈਡ ਦਾ ਬੇਟਾ ਇਹਦਾ ਸਿੰਬਲ ਲਾ ਰਿਹਾ ਡੈਸ਼ ਵਾਲਾ, ਨੰਬਰ 3 ਦਾ ਸਿੰਬਲ ਹੁੰਦਾ ਜਸਟ ਇੱਕ ਵਾਰੀ, ਕਿਉਂਕਿ ਆਪਾਂ MCQ ਕਰ ਰਹੇ ਹਾਂ ਇਸ ਕਰਕੇ ਆਪਾਂ ਇਹਨੂੰ ਅਲਾਉ ਕਰ ਲੈਂਦੇ ਹਾਂ। 2 ਡਿਵਾਈਡਸ A ਮਾਈਨਸ A, A ਮਾਈਨਸ A 0, 0 ਨੂੰ ਤਾਂ ਬੇਟਾ ਸਾਰੇ ਡਿਵਾਈਡ ਕਰਦੇ ਆ। ਸੋ ਰਿਫਲੈਕਸੀਵਿਟੀ ਆ ਗਈ ਇਹਦੇ ਵਿੱਚ, ਹੈ ਨਾ। ਸੋ ਹੁਣ ਉਸ ਤੋਂ ਬਾਅਦ ਸਪੋਜ਼ ਕਰੋ ਵੀ 4 ਰਿਲੇਟਡ ਟੂ 2, ਇਫ 2 ਡਿਵਾਈਡਸ 4 ਮਾਈਨਸ 2, ਉਹ ਕਿੰਨਾ ਹੁੰਦਾ? 2 2 ਨੂੰ 2 ਡਿਵਾਈਡ ਕਰਦਾ। ਅਤੇ ਜੇ ਇਹਨੂੰ ਆਪਾਂ 2 ਰਿਲੇਟਡ ਟੂ 4 ਕਰ ਦਾਂਗੇ ਤਾਂ ਉਹ ਮਾਈਨਸ 2 ਬਣ ਜੂਗਾ, ਤਾਂ ਡਿਵਾਈਡ ਤਾਂ ਫਿਰ ਵੀ ਇਹਨੂੰ ਕਰੂਗਾ ਨਾ। ਸੋ ਇਹਦੇ ਵਿੱਚ ਸਾਡੇ ਕੋਲ ਸਿਮੈਟਰੀ ਵੀ ਆ ਗਈ। ਸੋ ਤੀਸਰਾ ਹੈਗਾ ਬੇਟਾ, ਸਪੋਜ਼ ਕਰੋ ਇੱਕ ਨਾ ਸਾਡੇ ਕੋਲ ਰਿਜ਼ਲਟ ਆਉਂਦਾ, ਮੈਂ ਤੁਹਾਨੂੰ ਵੈਸੇ ਰਫ 'ਚ ਇੱਥੇ ਦੱਸਦਾ ਵੀ 2 ਡਿਵਾਈਡ ਕਰਦਾ 4 ਨੂੰ, 2 ਡਿਵਾਈਡ ਕਰਦਾ 8 ਨੂੰ, ਤਾਂ ਦੈਨ 2 4 ਪਲੱਸ 8 ਨੂੰ ਵੀ ਡਿਵਾਈਡ ਕਰੂਗਾ। 4 ਪਲੱਸ 8 12 ਹੁੰਦਾ, 12 ਨੂੰ 2 ਡਿਵਾਈਡ ਕਰਦਾ। ਹੁਣ ਤੁਸੀਂ ਧਿਆਨ ਨਾਲ ਦੇਖਿਓ, ਸਪੋਜ਼ ਕਰੋ A ਰਿਲੇਟਡ ਟੂ B ਹੈ ਐਂਡ B ਰਿਲੇਟਡ ਟੂ C ਹੈ। ਸੋ ਇਹਦਾ ਮਤਲਬ ਕੀ ਹੈ ਵੀ 2 ਡਿਵਾਈਡ ਕਰਦਾ A ਮਾਈਨਸ B ਨੂੰ ਅਤੇ 2 ਡਿਵਾਈਡ ਕਰਦਾ B ਮਾਈਨਸ C ਨੂੰ। ਮੈਂ ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸਿਆ 4 ਅਤੇ 8 ਵਾਲੀ ਐਗਜ਼ਾਮਪਲ ਨਾਲ, ਇਹਦਾ ਮਤਲਬ ਹੈ ਵੀ 2 ਵਿਲ ਡਿਵਾਈਡ A ਮਾਈਨਸ B ਪਲੱਸ B ਮਾਈਨਸ C, B ਕੈਂਸਲ ਹੋ ਗਿਆ। ਸੋ 2 ਡਿਵਾਈਡ A ਮਾਈਨਸ C, ਜਦੋਂ 2 A ਮਾਈਨਸ C ਨੂੰ ਡਿਵਾਈਡ ਕਰ ਗਿਆ ਬੇਟਾ, ਤਾਂ ਇਹਦਾ ਮਤਲਬ ਕੀ ਹੈ ਵੀ A ਰਿਲੇਟਡ ਟੂ C। ਸੋ ਇਹਦੇ ਵਿੱਚ ਟ੍ਰਾਂਸਟਿਵਿਟੀ ਵੀ ਆ ਗਈ। ਸੋ ਇਸ ਰਿਲੇਸ਼ਨ ਨੂੰ ਕੀ ਕਹਾਂਗੇ? ਇਕੁਅਲੈਂਸ ਰਿਲੇਸ਼ਨ। ਵੈਸੇ ਥੋੜ੍ਹੀ ਜਾਣਕਾਰੀ ਵਾਸਤੇ ਦੱਸਦਾ, ਇਸ ਰਿਲੇਸ਼ਨ ਨੂੰ ਬੋਲਦੇ ਆ ਕੰਗਰੂਐਂਸ ਰਿਲੇਸ਼ਨ। ਕੰਗਰੂਐਂਸ ਰਿਲੇਸ਼ਨ। So congruence relation is an equivalence relation. Question number 19. 19 ਨੰਬਰ ਕੁਐਸਚਨ 'ਤੇ ਤੁਹਾਨੂੰ A ਸੈੱਟ ਦਿੱਤਾ ਹੋਇਆ ਜਿਹਦੇ ਵਿੱਚ 1 ਤੋਂ ਲੈ ਕੇ ਸਾਡੇ ਕੋਲ 1 2 3
14 ਤੱਕ ਦਿੱਤੇ ਹੋਏ ਆ। ਸੋ ਸਭ ਤੋਂ ਪਹਿਲਾਂ ਤਾਂ ਇਹਦੀ ਗੱਲ ਕਰੀਏ ਵੀ ਰਿਫਲੈਕਸਿਵ ਕਦੋਂ ਆ, ਵੀ x ਰਿਲੇਟਡ ਟੂ x ਕਦੋਂ ਹੋਊਗਾ, ਜਦ 3x ਮਾਈਨਸ x ਇਕੁਅਲ ਟੂ 0 ਹੋਊਗਾ, ਜਦ x ਇਕੁਅਲ ਟੂ 0 ਹੋਊਗਾ। ਬਟ x ਤਾਂ ਪੁੱਤਰ ਜੀ A ਦੇ ਵਿੱਚ ਹੈ ਹੀ ਨਹੀਂ ਹੈਗਾ। ਸੋ ਰਿਫਲੈਕਸੀਵਿਟੀ ਦੀ ਇਹਦੀ ਕੰਡੀਸ਼ਨ ਉੱਡ ਗਈ। ਸੋ ਨਾਓ ਵਾਟ ਅਬਾਊਟ ਦਾ ਸਿਮਿਟਰੀ। ਕਲੀਅਰਲੀ ਤੁਸੀਂ ਦੇਖੋ ਵੀ 1 ਰਿਲੇਟ ਕਰਦਾ 3 ਨਾਲ, ਬਿਕੋਜ਼ 3 into 1 minus 3 minus 3 is equal to 0. Now what about 3, whether 3 related to 1, चेक करिए इतने वैल्यू रिलेशन फिल कर दो। 3 into 3 minus 1 9 minus 1 which is 8 not equal to 0. सो ਜਿਹੜਾ 3 ਆ ਉਹ 1 ਨਾਲ ਰਿਲੇਟ ਨਹੀਂ ਕਰਦਾ। ਸੋ ਬੇਟਾ ਸਿਮਟਰੀ ਵੀ ਉੱਡ ਗਈ। ਸੋ ਨੈਕਸਟ ਹੁਣ ਆਪਾਂ ਜੇ ਇਹਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟ੍ਰਾਂਸਟੀਵਿਟੀ ਚੈੱਕ ਕਰ ਲੈਂਦੇ ਆਪਾਂ, ਹੈ ਨਾ। ਸੋ ਤੁਸੀਂ ਦੇਖੋ ਵੀ 1 ਰਿਲੇਟ ਕਰਦਾ 3 ਨੂੰ, ਆਪਾਂ ਕਰਕੇ ਆਏ ਸੀ ਨਾ, ਮਤਲਬ 3 into 1 minus 3 is equal to 0। ਉਸ ਤੋਂ ਬਾਅਦ ਜਿਹੜਾ 3 ਰਿਲੇਟ ਕਰਦਾ 9 ਨੂੰ, ਕਿੱਦਾਂ ਪਤਾ ਲੱਗਿਆ, 3 into 3 minus 9 is equal to 0। ਹੁਣ ਚੈੱਕ ਕਰਨਾ ਕਿ 1 ਜਿਹੜਾ ਉਹ 9 ਨਾਲ ਰਿਲੇਟ ਕਰਦਾ, ਮੈਨੂੰ ਲੱਗਦਾ ਨਹੀਂ ਕਰਦਾ, ਬਿਕੋਜ਼ 3 into 1 minus 9 ਤਾਂ ਉਹ ਕਿੰਨਾ ਹੋ ਗਿਆ ਸਾਡੇ ਕੋਲ, ਉਹ ਹੋ ਗਿਆ ਜੀ ਸਾਡੇ ਕੋਲ 3 minus 9 equal to minus 6 not equal to 0। ਸੋ ਇਹ ਟ੍ਰਾਂਸਟਿਵ ਨਹੀਂ ਹੈਗਾ। ਤਾਂ ਇੱਕੋ ਹੀ ਰਿਲੇਸ਼ਨ ਹੈ ਜੀ ਇਹ, ਨਨ ਆਫ ਦੀਸ, ਕੋਈ ਵੀ ਨਹੀਂ ਹੈਗਾ ਗਾ। ਉਸ ਤੋਂ ਬਾਅਦ ਸਾਡਾ 20th ਕੁਐਸਚਨ ਆ, ਬੜਾ ਇੰਟਰਸਟਿੰਗ ਹੈ। ਇਹਦੇ ਵਿੱਚ ਸਾਨੂੰ ਰਿਲੇਸ਼ਨ ਇੱਥੋਂ ਲਿਖੋ ਪਹਿਲਾਂ ਤਾਂ, y is equal to x plus 5 and x is less than 4 and of course x belongs to natural number। ਹੁਣ 4 ਤੋਂ ਘੱਟ ਵਾਲੇ ਨੈਚੁਰਲ ਨੰਬਰ ਕਿਹੜੇ ਹੁੰਦੇ ਆ, 1 2 3। ਤਾਂ ਰਿਲੇਟਿਵਲੀ y ਦੀਆਂ ਵੈਲਿਊਜ਼ ਕੀ ਆ ਗਈਆਂ ਫਿਰ ਜਦੋਂ 1 ਫਿਲ ਕੀਤਾ, ਤਾਂ 6 7 8 5 5 8 ਕਰਦੇ ਨਾ। ਸੋ ਸਾਡੇ ਕੋਲ ਜਿਹੜਾ ਰਿਲੇਸ਼ਨ ਆ ਉਹਦੇ ਵਿੱਚ ਆਹ ਵਾਲੇ ਪੁਆਇੰਟ ਆ ਗਏ, ਕਿਹੜੇ ਕਿਹੜੇ ਬੇਟਾ, 1 6 2 7 ਐਂਡ 3 8। ਹੁਣ ਪਹਿਲੀ ਗੱਲ ਰਿਫਲੈਕਸਿਵ ਹੈਗਾ ਨਹੀਂ ਹੈਗਾ, ਬਿਕੋਜ਼ ਪ੍ਰਿੰਸੀਪਲ ਡਾਇਗੋਨਲ ਕਿਤੇ ਵੀ ਨਹੀਂ ਹੈਗਾ ਗਾ। ਸੋ ਇਹ ਪ੍ਰੋਪਰਟੀ ਉੱਡ ਗਈ। ਵਾਟ ਅਬਾਊਟ ਸਿਮਿਟਰੀ, ਸਿਮਿਟ੍ਰਿਕ ਨਹੀਂ ਹੈਗਾ, 1 6 ਹੈਗਾ, 6 1 ਨਹੀਂ ਹੈਗਾ, ਸਿਮਿਟਰੀ ਵੀ ਐਲੀਮੀਨੇਟ ਵਾਲੀ ਆਪਸ਼ਨ ਐਲੀਮੀਨੇਟ ਹੋ ਗਈ। ਵਾਟ ਅਬਾਊਟ ਟ੍ਰਾਂਸਟੀਵਿਟੀ, ਟ੍ਰਾਂਸਟੀਵਿਟੀ 'ਚ ਕੀ ਹੁੰਦਾ ਵੀ ਸਾਨੂੰ ਇੱਦਾਂ ਕਰਨਾ ਹੁੰਦਾ ਵੀ ਮੰਨ ਲਓ ਕੋਈ ਕੰਡੀਸ਼ਨ ਵਾਇਲੇਟ ਕਰਨੀ ਹੈ ਵੀ A B ਨਾਲ ਰਿਲੇਟ ਕਰਦਾ ਹੋਵੇ, B C ਨਾਲ ਕਰਦਾ ਹੋਵੇ ਅਤੇ A R C ਨਾਲ ਕਰਦਾ ਹੋਵੇ। ਅਗਰ ਜੇ ਤੁਸੀਂ ਟ੍ਰਾਂਸਟਿਵ ਪ੍ਰੂਵ ਕਰਨਾ ਹੈ, ਅਗਰ ਨਹੀਂ ਕਰਨਾ ਤਾਂ ਤੁਹਾਨੂੰ ਫਿਰ ਆ ਡਜ਼ ਨਾਟ ਰਿਲੇਟਡ ਟੂ ਹੋਵੇ, ਹੈ ਨਾ, ਵੀ ਨਾਟ ਰਿਲੇਟਡ ਟੂ C। ਇਹਦਾ ਮਤਲਬ ਕੀ ਹੈ ਵੀ ਤੁਹਾਨੂੰ ਇੱਕ ਸਿਚੁਏਸ਼ਨ ਦੇ ਉੱਤੇ ਜਦੋਂ ਵੀ ਤੁਸੀਂ ਇੱਕ ਇੱਦਾਂ ਦੇ ਕੁਐਸਚਨ ਕਰ ਰਹੇ ਹੋ ਤਾਂ ਤੁਹਾਨੂੰ ਇਹਦਾ ਆ ਮੈਚ ਕਰਦਾ ਇੱਕ ਪੇਅਰ ਲੱਭਣਾ ਪੈਣਾ। ਬਟ ਅਨਫੋਰਚੂਨੇਟਲੀ ਆ 6 ਤੋਂ ਖਤਮ ਹੁੰਦਾ, 6 ਤੋਂ ਕੋਈ ਸ਼ੁਰੂ ਨਹੀਂ ਹੁੰਦਾ, ਆ 7 ਤੇ ਖਤਮ ਹੁੰਦਾ, 7 ਤੋਂ ਕੋਈ ਸ਼ੁਰੂ ਨਹੀਂ ਹੁੰਦਾ, ਆ 8 ਤੇ ਖਤਮ ਹੁੰਦਾ, 8 ਤੋਂ ਕੋਈ ਸ਼ੁਰੂ ਨਹੀਂ ਹੁੰਦਾ। ਸੋ ਇਹਨੂੰ ਕੰਟਰਾਡਿਕਟ ਕਰਨ ਵਾਸਤੇ ਇੱਦਾਂ ਦਾ ਕੋਈ ਪੇਅਰ ਨਹੀਂ ਹੈਗਾ ਜਿਨ੍ਹਾਂ ਨੂੰ ਜੁਆਇਨ ਕਰਨ ਤੋਂ ਬਾਅਦ ਬਣਿਆ ਨਵਾਂ ਐਲੀਮੈਂਟ ਇਹਦੇ ਵਿੱਚ ਨਾ ਹੋਵੇ। ਸੋ ਬਾਈ ਡਿਫਾਲਟ ਦਿਸ ਰਿਲੇਸ਼ਨ ਇਜ਼ ਟ੍ਰਾਂਸਟਿਵ। ਸੋ ਇਹਦਾ ਆਨਸਰ ਕਿੰਨਾ ਆ ਗਿਆ, C। ਸੋ ਨੈਕਸਟ ਵਾਈ, ਮੈਂ ਬਸ ਇਹਦੇ ਫਾਰਮ ਦੇ ਵਿੱਚ ਦੱਸਤਾ ਬੇਟਾ, ਵਾਈ ਇਜ਼ ਡਿਵਿਜ਼ੀਬਲ। ਮੰਨ ਲਓ ਕੋਈ ਵੀ ਲੈ ਲਿਆ, ਇੱਥੇ ਤੁਹਾਡੇ ਕੋਲ ਹੈਗਾ ਰਿਲੇਸ਼ਨ ਜਿਹੜਾ 21st ਡਿਵਿਜ਼ੀਬਿਲਿਟੀ ਰਿਲੇਸ਼ਨ ਆ, ਸੈਟ ਰੀਅਲ ਨੰਬਰ ਦਾ ਤੁਹਾਨੂੰ ਦਿੱਤਾ ਹੋਇਆ। ਹਾਂਜੀ ਬੇਟਾ ਸੌਰੀ, ਤਾਂ ਅਫਕੋਰਸ ਹਰ ਇੱਕ ਨੰਬਰ ਆਪਣੇ ਆਪ ਨੂੰ ਡਿਵਾਈਡ ਕਰਦਾ। ਸੋ ਸਾਡੇ ਕੋਲ ਰਿਫਲੈਕਸੀਵਿਟੀ, ਸਿਮਿਟਰੀ ਅਤੇ ਟ੍ਰਾਂਸਟੀਵਿਟੀ, ਤਾਂ ਰਿਫਲੈਕਸਿਵ ਹੈਗਾ ਇਹ ਉਹੀ 2 4 ਨੂੰ ਡਿਵਾਈਡ ਕਰਦਾ, 4 8 ਨੂੰ ਡਿਵਾਈਡ ਕਰਦਾ, ਤਾਂ 2 ਆ ਜਿਹੜਾ 8 ਨੂੰ 2 divides 4 4 divides 8 ਦੈਨ 2 will divide 8। ਸੋ ਟ੍ਰਾਂਸਟੀਵਿਟੀ ਇਹਦੇ ਵਿੱਚ ਆ ਜਾਊਗੀ, ਬਟ ਸਿਮਿਟਰੀ ਨਹੀਂ ਆਉਂਦੀ, ਬਿਕਾਜ਼ 2 ਤਾਂ 4 ਨੂੰ ਡਿਵਾਈਡ ਕਰਦਾ ਬਟ 4 ਡਜ਼ ਨਾਟ ਡਿਵਾਈਡ 2। ਸੋ ਇਹਦੇ ਵਿੱਚ 2 ਹੀ ਚੀਜ਼ਾਂ ਆਈਆਂ, ਸਿਮਿਟਰੀ ਨਹੀਂ ਹੈਗੀ ਗੀ, ਤਾਂ ਆਪਾਂ ਐਲੀਮੀਨੇਟ ਕਰਦੇ ਹਾਂ। ਇਹਦੇ ਵਿੱਚ ਇੱਕ ਸਿਮਿਟਰੀ ਵਾਲੀ ਆਪਸ਼ਨ ਆ ਗਈ ਸੀ, ਇਸ ਕਰਕੇ ਫਸਟ ਆਪਸ਼ਨ ਵੀ ਐਲੀਮੀਨੇਟ ਹੋ ਗਈ। ਸੋ ਸੈਕੰਡ ਆਪਸ਼ਨ ਵੀ ਐਲੀਮੀਨੇਟ ਹੋ ਗਈ, ਕਿਉਂਕਿ ਇਹਦੇ ਵਿੱਚ ਵੀ ਸਿਮਿਟਰਿਕ ਕਹਿ ਰਿਹਾ। ਸੋ ਇਕੁਅਲੈਂਸ ਰਿਲੇਸ਼ਨ ਤਾਂ ਆਪਣੇ ਆਪ ਹੀ ਨਹੀਂ ਹੋਇਆ ਬੇਟਾ, ਕਿਉਂਕਿ ਸਿਮਿਟਰਿਕ ਨਹੀਂ ਹੈਗਾ। ਤਾਂ ਇੱਕੋ ਹੀ ਆਪਸ਼ਨ ਸਰਵਾਈਵ ਕੀਤੀ, ਦੈਟ ਇਜ਼ C। ਨੈਕਸਟ ਹੈ ਜੀ ਰਿਲੇਸ਼ਨ A minus B is ਇੰਟੀਜ਼ਰ। ਦੇਖੋ A related to A because A minus A is equal to 0 and 0 is an integer।
सो रिफ्लैक्सीविटी तो बेटा आ गई ये सिमिट्री तो ट्रांसटिविटी। हुण उस तो बाद है रिफ्लैक्सीविटी आ गई बेटा। हुण मान लो सपोज करो भी 5 - 2 = 3, 2 - 5 = -3, बोथ आर इंटीजर, सिमिट्री भी आ गई बेटा। उस तो बाद तीसरा हैगा सपोज 1 रिलेटेड टू 3 एंड 3 रिलेटेड टू 5, एनी 1 एंड 5 का डिफरेंस भी इंटीजर होना है, ट्रांसटिविटी भी आ गई। सो बेटा ये रिलेशन किहड़ा हो गया 22nd क्वेश्चन के इक्वलेंस रिलेशन हो गया। वाओ। नैक्सट क्वेश्चन 23, ये इंपॉर्टेंट है बेटा, ये पेपर च पूछा जा सकता है। ये रिफ्लैक्सीविटी है ना, रिलेशन की है तुहाडे कोल A related to B if A is less than equal to B square। ਤੁਹਾਨੂੰ ਪਹਿਲੀ ਨਜ਼ਰ 'ਚ ਇੱਦਾਂ ਲੱਗਦਾ ਹੋਣਾ ਵੀ ਇਹ ਰਿਲੇਸ਼ਨ ਰਿਫਲੈਕਸਿਵ ਹੈ, ਬਿਕੋਜ਼ ਤੁਸੀਂ ਇੱਦਾਂ ਸੋਚਿਆ ਹੋਣਾ ਵੀ 2 ਰਿਲੇਟਡ ਟੂ 2 ਬਿਕੋਜ਼ 2 ਵਿਲ ਬੀ ਲੈਸ ਦੈਨ ਇਕੁਅਲ ਟੂ 2 ਸਕੇਅਰ ਇਕੁਅਲ ਟੂ 4, 2 ਲੈਸ ਦੈਨ ਇਕੁਅਲ ਟੂ 4, ਮਤਲਬ ਇਹ ਟਰੂ ਹੈ, ਇਹ ਰਿਫਲੈਕਸਿਵ ਹੈਗਾ। ਪਰ ਇੱਦਾਂ ਨਹੀਂ ਹੈਗਾ ਗਾ। ਜੇ ਤੁਸੀਂ 1/2 ਰਿਲੇਟਡ ਟੂ 1/2 ਦੀ ਚੈੱਕ ਕਰੋ ਤਾਂ 1/2 ਰਿਲੇਟਡ ਟੂ 1/2 ਵਾਟ ਇਟ ਮੀਨ 1/4, 1/2 ਤਾਂ 0.5 ਸੀਗਾ ਅਤੇ ਲੈਸ ਦੈਨ 1/4 0.25 ਸੀਗਾ। ਕੀ ਇਹ ਟਰੂ ਹੈ? ਇਹ ਨਹੀਂ ਟਰੂ ਹੈਗਾ ਗਾ। ਸੋ ਇਹ ਰਿਲੇਸ਼ਨ ਹੈ ਜਿਹੜਾ ਰਿਫਲੈਕਸਿਵ, ਇੱਥੇ ਲਿਖ ਦਿੰਦੇ ਹਾਂ ਆਪਾਂ, ਰਿਫਲੈਕਸਿਵ ਨਹੀਂ ਹੈਗਾ ਗਾ। ਨੈਕਸਟ ਹੈ ਜੀ ਸਿਮਿਟਰੀ। ਕੀ ਇਹ ਰਿਲੇਸ਼ਨ ਸਿਮਿਟਰਿਕ ਹੈਗਾ? ਅਫਕੋਰਸ ਨਹੀਂ ਹੈਗਾ ਗਾ, ਇਹ ਤਾਂ ਡਾਇਰੈਕਟ ਹੀ ਪਤਾ ਲੱਗ ਗਿਆ। देखो 1 रिलेटेड टू 2 हैगा बिकॉज 1 इज इक्वल टू 4 है, बट 2 डज नॉट रिलेटेड टू 1 बिकॉज 2 नॉट इक्वल टू 1। सो सिमिट्री भी बेटा ये उड़ गई। सो नैक्सट ये की आ गया साढ़े को ट्रांसटिविटी है ना। ट्रांसटिविटी लई तुसीं इदां करो, मैं तुहानूं दसदा, तुसीं पॉइंट लो, ए ले लो 3, बी ले लो -3, ये थोड़ा दिमाग ला के आ जाऊगा, सी इज इक्वल टू -1। सो मैं एक मिनट इत्थे जगह बना ली आपां। हुण तुसीं देखो बेटा 3 रिलेटेड टू 3 -3, 3 रिलेटेड टू -3 किवें पता लग्या? बिकॉज 3 लेस देन इक्वल टू -3 स्केयर विच इज़ 9, दैट्स ट्रू। नाउ -3 is related to -1, ਕਿਵੇਂ ਪਤਾ ਲੱਗਿਆ? -3 is less than equal to -1 square is equal to 1। ਸੋ ਇਹ ਵੀ ਟਰੂ ਹੈ, ਇਹ ਵੀ ਟਰੂ ਹੈ। ਹੁਣ ਕੰਬਾਈਨ ਕਰਕੇ ਦੇਖੀਏ ਵੈਦਰ 3 is related to -1 ਤਾਂ ਕੀ ਬਣਨਾ ਚਾਹੀਦਾ ਸੀ? 3 must be less than equal to -1 square is equal to 1। ਸੋ 3 is less than equal to 1 which is possible? No, which is absurd, ਇਹ ਨਹੀਂ ਹੁੰਦਾ ਗਾ। ਸੋ ਤੁਹਾਡਾ ਜਿਹੜਾ ਹੈਗਾ ਜਿਹੜਾ ਇਹ ਰਿਲੇਸ਼ਨ ਹੈ ਜਿਹੜਾ ਇਹ ਟ੍ਰਾਂਜ਼ਿਟਿਵ ਵੀ ਨਹੀਂ ਹੈਗਾ ਗਾ। ਸੋ ਕੋਈ ਆਪਸ਼ਨ ਨਹੀਂ ਟਰੂ ਇਹਦੀ, ਜਸਟ ਡੀ, ਨਨ ਆਫ ਦੀਸ। ਸੋ ਨੈਕਸਟ ਕੁਐਸਚਨ ਹੈ ਜੀ 24। ਅਸੀਂ ਆਪਦੇ ਮੁਕਾਮ ਵੱਲ ਵੱਧ ਰਹੇ ਹਾਂ। ਸੋ ਲਾਸਟ ਕੁਐਸਚਨ ਦੇ ਵਿੱਚ ਤੁਸੀਂ 24th ਕੁਐਸਚਨ ਦੇ ਵਿੱਚ ਬੜਾ ਤੁਸੀਂ ਦੇਖੋਗੇ ਰਿਫਲੈਕਸਿਵ ਸੈੱਟ ਦੇ ਵਿੱਚ ਤੁਹਾਨੂੰ 4 ਐਲੀਮੈਂਟ ਦਿੱਤੇ ਹੋਏ ਆ ਹੈ ਨਾ। ਤਾਂ ਸਾਡੇ ਜਿਹੜੇ ਪ੍ਰਿੰਸੀਪਲ ਡਾਇਗਨਲ ਆ ਉਹਦੇ ਲਈ ਮੈਨੂੰ ਚਾਹੀਦੇ ਸੀ 1 1 ਹੈਗਾ, 2 2 हैगा, 3 3 वेयर इज 3 3 या 3 3 भी हैगा, 4 4 है ना, चारे हैगे। सो रिफ्लैक्सीविटी तो बेटा आ गई ये। नाउ व्हाट अबाउट सिमिट्री ते ट्रांसटिविटी? जदों तुहाडे कोल सिमिट्री दे विच बेटा 1 3 हैगा है ना, पर इहदा उल्ट 3 1 वो कित्थे है? वो नहीं हैगा गा। सिमिट्री इहदे विच बेटा नहीं हैगी। सो पहली ऑप्शन देखिए डी आर इक्वलेंस रिलेशन, ये उड़ गया, क्यों? सिमिट्री नहीं हैगी। सी ऑप्शन दे विच आर इज सिमिट्रिक, नो सिमिट्रिक नहीं हैगा गा। तो ए ऑप्शन दे विच आर इज रिफ्लैक्सिव एंड सिमिट्रिक नहीं हैगा गा। सो बेटा एक ही ऑप्शन सर्वाइव की, दैट इज आर इज रिफ्लैक्सिव बट नॉट सिमिट्रिक है ना। इसकी ट्रांसटिविटी तुसीं आपे चैक कर लियो ये हैगा कि नहीं हैगा, ऑफकोर्स होगा बेटा। लास्ट जिहड़ा हैगा अज दा क्वेश्चन हैगा, फिर तुसीं देखो 2 गल्लां दित्तियां होईयां, ए इज इक्वल टू बी -2, बी इज़ बिगर दैन 6। तो तुहाडे कोल की हो गया b - a इज इक्वल टू 2 एंड b इज़ बिगर दैन 6। सो आप जिवें पहला आर्गूमेंट किया भी दोनों का डिफरेंस कितना होना चाहिए 2, तो पहला तो एलिमीनेट कर दिए ऑप्शन है ना। 8 - 3 5 ऑप्शन उड़ गई,
एलिमीनेट हो गई ये, सानू चाहिए सी 2, 8 ਤੇ 7 ਦਾ डिफरेंस 1 ਹੁੰਦਾ, ਇਹ ਵੀ ਉੱਠ ਗਈ। ਸੋ ਹੁਣ 2 ਆਪਸ਼ਨਾਂ ਨਾਲ ਰਹਿ ਗਈਆਂ ਆਪਣੇ ਕੋਲ, ਇੱਕ 24 ਇੱਕ 68, ਬਟ ਬੀ ਦੀ ਵੈਲਿਊ ਹੈ ਜਿਹੜੀ ਦੈਟ ਸ਼ੁੱਡ ਬੀ ਗ੍ਰੇਟਰ ਦੈਨ 6। ਸੋ ਇੱਥੇ ਤਾਂ 4 ਸੀਗੀ, ਸੋ ਸਾਡੀ ਇਹ ਆਪਸ਼ਨ ਵੀ ਉੱਡ ਗਈ। ਸੋ ਇੱਕ ਹੀ ਸਰਵਾਈਵ ਕੀਤਾ, ਦੈਟ ਇਜ਼ ਸੀ। ਸੋ ਇਹ ਇੰਪੋਰਟੈਂਟ ਕੁਐਸਚਨ ਸੀ ਬੇਟਾ, ਜਿਹੜਾ ਫਾਈਨਲ ਐਗਜ਼ਾਮ ਸੈਂਪਲ ਪੇਪਰ ਦੇ ਅਕੋਰਡਿੰਗਲੀ ਇਹੋ ਜਿਹੇ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਇੱਕ ਆਉਣਾ ਚਾਹੀਦਾ ਕੁਐਸਚਨ, ਇੱਕ ਜਾਂ ਦੋ ਕੁਐਸਚਨ ਵਿੱਚ ਆ ਸਕਦੇ ਆ। ਤਾਂ ਬੇਟਾ ਇਹੀ ਸੀ ਸਾਰਾ ਆਪਣਾ ਰਿਲੇਸ਼ਨਸ ਬਾਰੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਫੰਕਸ਼ਨਸ ਨੂੰ ਡਿਸਕਸ ਕਰਾਂਗੇ, ਅਤੇ ਇਸ ਲੈਕਚਰ ਦੀ ਜਿਹੜੀ PDF ਹੈ ਇਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ। ਤਾਂ ਥੈਂਕ ਯੂ ਬੇਟਾ, ਥੈਂਕਸ ਫॉर ਵਾਚਿੰਗ।